ਸੱਭਿਆਚਾਰ ਬਾਰੇ ਆਮ ਤੌਰ 'ਤੇ ਕਹਿ ਦਿੱਤਾ ਜਾਂਦਾ ਹੈ ਗੀਤ ਸੰਗੀਤ ਨੱਚਣ ਕੁੱਦਣ ਭੰਗੜੇ ਛੰਗੜੇ ਜੇ ਉਹ, ਤੇ ਮੈਂ ਇਹ ਸਮਝਦਾ ਕਿ ਇਹ ਸੱਭਿਆਚਾਰ ਦਾ ਖਸ ਜਿੰਨਾ ਭਾਗ ਵੀ ਨਹੀਂ ਹੈ। ਵਾਹਿਗੁਰੂ ਦੇ ਪ੍ਰਮਾਤਮਾ ਦੇ ਇੱਕ ਵਾਰ ਬੋਲਣ ਨਾਲ ਹੀ ਇਸ ਬ੍ਰਹਿਮੰਡ ਦੀ ਸਿਰਜਣਾ ਹੋ ਗਈ। ਯਾਨੀ ਪਾਣੀ ਤੋਂ ਹੀ ਜੀਵ ਜੰਤੂ ਪੈਦਾ ਹੋਣਾ ਸ਼ੁਰੂ ਹੋਇਆ, ਇਹ ਵਿਗਿਆਨ ਵੀ ਮੰਨਦਾ ਹੈ ਤੇ ਵਿਗਿਆਨ ਦੀ ਧਾਰਨਾ ਨੂੰ ਗੁਰੂ ਨਾਨਕ ਸਾਹਿਬ ਨੇ ਪਰਪੱਕ ਕਰ ਦਿੱਤਾ। ਪ੍ਰਾਰੰਭਕ ਮਨੁੱਖ ਬੋਲਣਾ ਨਹੀਂ ਸੀ ਆਉਂਦਾ, ਉਹ ਈ ਊ ਕਰਕੇ ਆਵਾਜ਼ਾਂ ਉਹ ਪੈਦਾ ਕਰ ਸਕਦਾ ਸੀ ਕਿ ਕੋਈ ਵੀ ਕਾਢ ਕਿਸੇ ਇੱਕ ਵਿਗਿਆਨੀ ਦੀ ਦੇਣ ਨਹੀਂ ਹੈ। ਮਨੁੱਖ ਨੇ ਗੱਡਾ ਬਣਾ ਲਿਆ, ਪਹਿਲਾਂ ਲੱਕੜ ਚੁੱਕ ਕੇ ਲੈ ਕੇ ਜਾ ਰਿਹਾ ਹੈ, ਲੱਕੜ ਚੁੱਕਣੀ ਔਖੀ ਲੱਗ ਰਹੀ ਹੈ, ਫਿਰ ਉਸ ਨੂੰ ਲੱਕੜ ਰੋੜਨ ਦੀ ਜਾਂਚ ਆਈ ਹੈ। ਜੇ ਇਹ ਪਹੀਏ ਦੀ ਕਾਢ ਮੰਨ ਲਿਆ ਜਾਵੇ ਇਸ ਗੱਲ ਨੂੰ, ਤੇ ਫਿਰ ਕਿਤੇ ਜਾ ਕੇ ਅੱਜ ਹਵਾਈ ਜਹਾਜ਼ਾਂ ਤੱਕ ਰੇਲਾਂ ਤੱਕ ਜਦੋਂ ਉਸਨੇ ਲੱਕੜ ਰੋੜਨ ਦੀ ਜਾਂਚ ਸਿੱਖੀ, ਇਹ ਉਦੋਂ ਤੋਂ ਚੱਲਦਾ ਇਤਿਹਾਸ ਅੱਜ ਤੱਕ ਇਤਿਹਾਸ ਹੈ। ਇਹ ਪਤਾ ਲੱਗਣ ਲੱਗਿਆ ਕਿ ਇਹ ਬਾਪ ਹੈ, ਇਹ ਮਾਂ ਹੈ, ਇਹ ਭੈਣ ਹੈ। ਇਹ ਦੇਖੋ ਰਿਸ਼ਤਿਆਂ ਦਾ ਸੱਭਿਆਚਾਰ ਕਿਵੇਂ ਪੈਦਾ ਹੋਇਆ। ਤਾਂ ਦਰਖਤਾਂ ਦੇ ਪੱਤੇ ਤੋੜ ਕੇ ਔਰਤਾਂ ਨੇ ਛਾਤੀਆਂ ਵੀ ਢੱਕੀਆਂ, ਕਮਰ ਵੀ ਢੱਕੀ, ਕੋਠੜੀਆਂ ਤੋਂ ਕੋਠਿਆਂ ਤੱਕ, ਕੋਠਿਆਂ ਤੋਂ ਮਕਾਨਾਂ ਤੱਕ, ਮਕਾਨਾਂ ਤੋਂ ਅੱਜ ਕੋਠੀਆਂ ਤੱਕ ਤੇ ਬੰਗਲਿਆਂ ਤੱਕ ਪਹੁੰਚ ਗਏ। ਜਦੋਂ ਮੂੰਹ ਦੀ ਗੁਲਾਈ ਬਣਨੀ ਸ਼ੁਰੂ ਹੁੰਦੀ ਹੈ, ਇਸ ਦਾ ਤਾਲੂਆ ਗੋਲ ਹੁੰਦਾ ਹੈ ਤੇ ਜੀਭ ਅੰਦਰ ਹਿੱਲਣ ਲੱਗਦੀ ਹੈ, ਤਾਂ ਇਹ ਤੋਂ ਉਸ ਨੇ ਆਵਾਜ਼ਾਂ ਕੱਢਣੀਆਂ ਸ਼ੁਰੂ ਕੀਤੀਆਂ। ਧਰਮ ਦੀ ਹੋਂਦ ਕਿਵੇਂ ਹੋਈ? ਅੱਜ ਅਸੀਂ ਸਾਰੇ ਇਹ ਕਹਿੰਦੇ ਹਾਂ ਕਿ ਰੱਬ ਉੱਪਰ ਹੈ, ਪਰਮਾਤਮਾ ਉੱਪਰ ਹੈ, ਉਹ ਉੱਪਰ ਸਾਨੂੰ ਜਾਣਾ ਪੈਣਾ ਹੈ, ਉੱਪਰ ਸਾਡਾ ਲੇਖਾ ਜੋਖਾ ਹੋਣਾ ਹੈ। ਕਿ ਜਿਹੜੇ ਕਬੀਲੇ ਨੂੰ ਜਿਸ ਤਰ੍ਹਾਂ ਦਾ ਸ਼ਿਕਾਰ ਮਿਲਦਾ ਹੈ ਉਹਦੇ ਲਈ ਉਹੀ ਰੱਬ ਹੁੰਦਾ ਸੀ। ਮੈਂ ਕਹਿੰਦਾ ਵੀ ਆਤਮਾ ਤੇ ਪਰਮਾਤਮਾ ਦੀ ਹੋਂਦ ਕਿਵੇਂ ਪਤਾ ਲੱਗਿਆ ਮਨੁੱਖ ਨੂੰ? ਜੇ ਬਾਂਦਰੀ ਦਾ ਬੱਚਾ ਮਰ ਜਾਂਦਾ ਹੈ, ਉਹ ਮਰੇ ਹੋਏ ਬੱਚੇ ਨੂੰ ਗਲ ਲਾ ਕੇ ਉਵੇਂ ਜਿਵੇਂ ਚੱਕ ਕੇ ਤੁਰੀ ਫਿਰਦੀ ਹੈ ਜਦੋਂ ਤੱਕ ਉਹ ਸੜ ਨਹੀਂ ਜਾਂਦਾ। ਇਹ ਸਾਡੀ ਭਾਸ਼ਾ ਦਾ ਰੱਬ ਹਿੱਸਾ ਨਹੀਂ ਹੈ। ਇਕੱਲੇ ਗੀਤਾਂ ਤੇ ਨੱਚਣ ਕੁੱਦਣ ਨੂੰ ਹੀ ਸੱਭਿਆਚਾਰ ਮੰਨੀ ਬੈਠੇ ਨੇ। ਉਹਨਾਂ ਨੂੰ ਅੱਖਾਂ ਖੋਲ੍ਹ ਲੈਣੀਆਂ ਚਾਹੀਦੀਆਂ ਕਿ ਸੱਭਿਆਚਾਰ ਐਵੇਂ ਮਾਮੂਲੀ ਜਿਹੀ ਗੱਲ ਨਹੀਂ ਹੈ। ਸੱਭਿਆਚਾਰ ਦਾ ਬਹੁਤ ਲੰਮਾ ਇਤਿਹਾਸ ਹੈ, ਲੱਖਾਂ ਤੇ ਕਰੋੜਾਂ ਸਾਲਾਂ ਦਾ ਇਤਿਹਾਸ ਹੈ। ਅੰਗ ਸੰਗ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਈ। ਮੈਂ ਅਤਰਜੀਤ ਕਹਾਣੀਕਾਰ ਬਠਿੰਡੇ ਤੋਂ। ਅੱਜ ਮੈਨੂੰ ਇੱਥੇ ਅੰਗ ਸੰਗ ਟੀਵੀ ਸਟੇਸ਼ਨ ਦੇ ਉੱਤੇ ਰਿਕਾਰਡਿੰਗ ਵਾਸਤੇ ਬੁਲਾਇਆ ਗਿਆ ਹੈ। ਮੈਂ ਤੁਹਾਡੇ ਨਾਲ ਅੱਜ ਜਿਹੜੀ ਗੱਲ ਕਰਨੀ ਹੈ ਨਾ, ਉਹ ਸੱਭਿਆਚਾਰ ਬਾਰੇ ਹੈ। ਸੱਭਿਆਚਾਰ ਬਾਰੇ ਆਮ ਤੌਰ 'ਤੇ ਕਹਿ ਦਿੱਤਾ ਜਾਂਦਾ ਹੈ ਗੀਤ ਸੰਗੀਤ ਨੱਚਣ ਕੁੱਦਣ ਭੰਗੜੇ ਛੰਗੜੇ ਜੇ ਉਹ, ਯਾਨੀ ਇੰਨਾ ਸੀਮਿਤ ਕਰ ਦਿੱਤਾ ਜਾਂਦਾ ਹੈ। ਅਤੇ ਮੈਂ ਇਹ ਸਮਝਦਾ ਕਿ ਇਹ ਸੱਭਿਆਚਾਰ ਦਾ ਖਸ ਜਿੰਨਾ ਭਾਗ ਵੀ ਨਹੀਂ ਹੈ। ਸੱਭਿਆਚਾਰ ਕੀ ਹੈ? ਇਹ ਬਹੁਤ ਵੱਡਾ ਸਵਾਲ ਹੈ ਜਿਹਦੇ ਉੱਤੇ ਬਹੁਤ ਵੱਡੀ ਵਿਚਾਰ ਚਰਚਾ ਹੋਣੀ ਚਾਹੀਦੀ ਹੈ। ਮੈਂ ਸਮਝਦਾ ਕਿ ਸੱਭਿਆਚਾਰ ਸਾਡੀ ਜੀਵਨ ਸ਼ੈਲੀ ਹੈ। ਸਮੂਹਕ ਤੌਰ 'ਤੇ ਜਿਵੇਂ ਅਸੀਂ ਜਿਉਂਦੇ ਹਾਂ, ਖਾਂਦੇ ਪੀਂਦੇ ਹਾਂ, ਪਹਿਨਦੇ ਪਚਰਦੇ ਹਾਂ, ਬੋਲਦੇ ਕਰਦੇ ਹਾਂ, ਅਤੇ ਸਾਰਾ ਜੀਵਨ ਜਿਸ ਤਰ੍ਹਾਂ ਆਪਾਂ ਬਿਤਾਉਂਦੇ ਹਾਂ ਉਹ ਸਾਰਾ ਰਲ ਕੇ ਸੱਭਿਆਚਾਰ ਬਣਦਾ ਹੈ। ਅਤੇ ਇਹ ਸੱਭਿਆਚਾਰ ਕੋਈ ਇਹ ਨਹੀਂ ਹੈ ਕਿ ਬਣਿਆ ਬਣਾਇਆ ਕਿਸੇ ਇੱਕ ਖਾਸ ਸਮੇਂ ਦੇ ਉੱਤੇ ਆ ਕੇ ਸਾਹਮਣੇ ਆ ਗਿਆ ਹੋਵੇ। ਮੈਂ ਇਸ ਨੂੰ ਜਿਵੇਂ ਆਪਣੀ ਜ਼ਿੰਦਗੀ ਦੇ ਵਿੱਚੋਂ ਅਨੁਭਵ ਕੀਤਾ ਹੈ, ਜਾਂ ਜੋ ਮੈਂ ਅਧਿਐਨ ਕੀਤਾ ਹੈ, ਜਿੰਨੀ ਕੁ ਮੇਰੀ ਪਹੁੰਚ ਹੈ ਖੋਜਣ ਦੀ ਕਹਿ ਲਓ, ਸਮਝਣ ਦੀ ਕਹਿ ਲਓ, ਉਸ ਨੂੰ ਅਧਿਐਨ ਕਰਕੇ ਅਬਜ਼ਰਵ ਕਰਨ ਦੀ, ਅੰਦਰ ਵਸਾਉਣ ਦੀ ਗੱਲ ਕਹਿ ਲਓ, ਤਾਂ ਮੈਂ ਇਹ ਸਮਝਦਾ ਕਿ ਇਸ ਸ੍ਰਿਸ਼ਟੀ ਦਾ ਜਦੋਂ ਮੁੱਢ ਵੱਜਦਾ ਹੈ, ਸਾਇੰਸਦਾਨਾਂ ਦੇ ਕਹਿਣ ਅਨੁਸਾਰ ਬਿਗ ਬੈਂਗ ਤੋਂ ਮੁੱਢ ਵੱਜਦਾ ਹੈ। ਜੇ ਥੋੜ੍ਹਾ ਜਿਹਾ ਆਪਾਂ ਮੁਹੰਮਡਨ ਕਲਚਰ ਵੱਲ ਜਾਈਏ, ਇਸਲਾਮ ਧਰਮ ਵੱਲ ਜਾਈਏ, ਤਾਂ ਉਹਨਾਂ ਵੱਲੋਂ ਇਹ ਇੱਕ ਮਿੱਥ ਕਹਿ ਲਓ ਜਾਂ ਇੱਕ ਧਾਰਨਾ ਬਣਾਈ ਗਈ ਜਿਹੜੀ ਕਿ ਅੱਲਾ ਨੇ ਕੁਨ ਕਿਹਾ, ਕੁਨ ਕਹਿਣ ਅਤੇ ਬ੍ਰਹਿਮੰਡ ਦੀ ਸਿਰਜਣਾ ਵਿੱਚ ਕੋਈ ਅੰਤਰ ਨਹੀਂ। ਉਸੇ ਸਮੇਂ ਇਹ ਬ੍ਰਹਿਮੰਡ ਦੀ ਸਿਰਜਣਾ ਹੋ ਗਈ, ਕੁਨ ਅਤੇ ਫੀ ਕੁਨ ਹੋ ਗਿਆ। ਗੁਰੂ ਨਾਨਕ ਨੇ ਆਪਣੀ ਬਾਣੀ ਦੇ ਵਿੱਚ ਇਸ ਗੱਲ ਨੂੰ ਏਕਾ ਕਵਾਓ ਕੀਤਾ ਪਸਾਓ, ਕਿ ਇੱਕ ਵਾਰੀ ਬੋਲਣ ਨਾਲ ਹੀ ਵਾਹਿਗੁਰੂ ਦੇ ਪਰਮਾਤਮਾ ਦੇ ਇੱਕ ਵਾਰ ਬੋਲਣ ਨਾਲ ਹੀ ਇਸ ਬ੍ਰਹਿਮੰਡ ਦੀ ਸਿਰਜਣਾ ਹੋ ਗਈ। ਲੇਕਿਨ ਵਿਗਿਆਨੀ ਇਸ ਗੱਲ ਨੂੰ ਜਿਹੜੇ ਢੰਗ ਨਾਲ ਲੈਂਦੇ ਆ
इस ब्रह्मंड की सिरजना बिग बैंग एक वड्डा धमाका महा धमाका, तो फिर इस धरती नूं जिवें जिवें ठंडी हुंदी गई है, असीं ये पढ़ते आए हाँ ऑक्सीजन हाइड्रोजन जेबो गैसां पानी होण च आया। ये साडे गुरुआं ने भी, गुरु नानक साहब ने भी इस गल का उच्चारण किया है, पहला पानी जियो है जित हरिया सब कोई। जानी पानी तो ही जीव जंतु पैदा होना शुरू होया, ये विग्यान भी मनदा है, तो विग्यान की धारना नूं गुरु नानक साहब ने परपक्क कर दिता कि पानी विच जीव जंतु पैदा होंदे ने। एक सैले तो बहुत सैलिਆਂ तो अगे मैं इस गल नूं बहुता विस्तार ना देवां। मैं इस गल ते आउणा कि जिहड़ा जीव पैदा हुंदा विकास करदा करदा चौपाए ते आउंदा है, चार पैरां ते तुरन वाला जीव बनदा है। फिर एक समा इहो जिहा भी आउंदा जिवें आपां म्यूजियम दे विच किते देखदे हां गोरिल्ला, जिन्हों चिंपैंजी भी कहा जाता है, जिहड़ा चार पैरां ते तुरदा है लेकिन हौली हौली अभ्यास नाल ओह पिछले कल्ले पैरां ते भी तुरन लग पैंदा है। उस दे हत्थ आज़ाद हो जाते हैं। जदों हत्थ आज़ाद हो जाते हैं, पैर मजबूत होंदे जाते हैं, हत्थां दी उंगलां लंमियां होंदियां जांदियां ने, ते ओह कोई ना कोई चीज़ सिरजण वाले पासे तुरदा है। मैं समझदा कि यह सिरजण दा शब्द मैं बोलिया है, इत्थों सभ्याचार दा मुੱਢ ਵੱਜਦਾ है। जे चिंपैंजी ने कोई चीज़ तोड़न वास्ते किसी वेले इट वट्टे दी जां पत्थर की वरतों करनी शुरू की होएगी तो ये उसका मुੱਢ ਵੱਜ गया। अगे अगला पड़ाव जदों असीं कहने आदि मनुख का, प्रारंभिक मनुख, जदों अजे उसनूं भाषा भी नहीं सी आउंदी, बोलना नहीं सी आउंदा, वो ई ऊ करके आवाज़ां वो पैदा कर सकदा सी। इस तो जिवें असीं देखते हाँ कि जिथे नदियाँ नाले वगदे सी, पानी की बहुतात सी, जिथे हरे भरे जंगल सी, जिथे उसनूं शिकार मिलता सी, उत्थे उसने वसेबा किया रहण दा। घुरने पट्टे, दरख्तां दे उत्ते मणे बनाए, जां जिस तरह भी पंछियों तो सिक्ख्या उन्हें आलणे बनाउण दी जाच, ते वो भी इस तरह उन्हें रहना शुरू किया। ये हुण सभ्याचार दा आरंभ मुढ़ली स्टेज के उत्ते मैं इसनूं गिणांगा कि मनुख ने शिकार मारना, पहला वो झपटदा शिकार नूं, कई बारी आप शिकार हो जाता है, फिर उस तो बाद वो कोई सोटी चुकदा है, जैवलिन बनाउंदा है, वर्षा बनाउंदा है, किस तरह का वर्षा होएगा, फिर पत्थर तो होर तरह के संद बनाउंदा है, मांस नूं कट्टण वास्ते कोई संद बनाउंदा है, कोई होर चीज़ां तोड़नियां ने उहदे वास्ते संद बनाउंदा है। ये संद बनाउण दी जिहड़ी प्रक्रिया है ये अज तक तुरी आ रही है। मैं जे इत्थे संखेप विच एक होर गल कह दियां कि जिन्नियां भी काढां कढ़ियां गईयां ने, असीं सोसाइटी दे विच देखदे हां, असीं पढ़दे रहे अपणियां जमातां दे विच कि फलाणे साइंसदान ने आह काढ कढ़ी, उस साइंसदान ने ये काढ कढ़ी, रेडियो की फलाणे ने काढ कढ़ी, टैलीविजन की फलाणे ने काढ कढ़ी। मैं ये समझदा कि कोई भी काढ किसी एक विग्यानी की देन नहीं है, उहदे पिछे लखां ते करोड़ां सालां की मेहनत किरत, वो इतिहास है एक लम्मे समय दे विच वो मोडिफिकेशन पॉलिश होना, होर अगे विकास करना चीज़ां दा, पहली चीज़ नालों होर वधिया चीज़ बनाउणी, ये मनुखता दा सभ्याचार दा इतिहास है। मन लो मनुख ने गड्ढा बना लिया, गड्ढा किवें बनाया, पहला लकड़ चुक के लेके जा रहा है, लकड़ चुकनी औखी लग रही है, फिर उसनूं लकड़ रोड़न की जाच आई है, टंबे पा के हेठां तो लकड़ नूं अगे रोड़दा तुरया जा रहा है, वो ज़्यादा भारी लकड़ है, फिर उसनूं ये पता लग्या भी जे इहदे टोटे कर लए जाण तां होर सौखा रुड़ सकदी है। ते इत्थों जे ये पहिए की काढ़ मन लिया जावे इस गल नूं, ते फिर किते जाके अज हवाई जहाज़ां तक, रेलां तक, जां जो भी रुड़न वालियां चीज़ां तां असीं देखदे हां, बसां कारां जो भी मर्जी आपां नां लै लईए, ये ਉਹ ਜਿਹੜੀ ਕਿਰਤ ਕੀਤੀ ਬੰਦੇ ਨੇ ਉਸ ਸਮੇਂ ਜਦੋਂ ਉਸਨੇ ਲੱਕੜ ਰੋੜਨ ਦੀ ਜਾਚ ਸਿੱਖੀ, ਇਹ ਉਦੋਂ ਤੋਂ ਚੱਲਦਾ ਚੱਲਦਾ ਇਤਿਹਾਸ ਅੱਜ ਤੱਕ ਇਤਿਹਾਸ ਹੈ। ਮੈਂ ਦੋਸਤੋ ਸੱਭਿਆਚਾਰ ਨੂੰ ਤਿੰਨ ਪੜਾਵਾਂ ਵਿੱਚ ਅੰਗਦਾ। ਇੱਕ ਤਰ੍ਹਾਂ ਦਾ ਸੱਭਿਆਚਾਰ ਨਹੀਂ ਹੈ। ਪਹਿਲੀ ਤਰ੍ਹਾਂ ਦਾ ਸੱਭਿਆਚਾਰ ਮੈਂ ਪਦਾਰਥਕ ਸੱਭਿਆਚਾਰ ਕਹਿਣਾ। ਜਿੰਨੀਆਂ ਮਨੁੱਖ ਨੇ
ਆਪਣੇ ਹੱਥਾਂ ਨਾਲ ਮਿਹਨਤ ਕਰਕੇ, ਭਾਵੇਂ ਉਸਨੇ ਪਹਿਲਾਂ ਹਲ ਵਾਹੁਣਾ ਸਿੱਖਿਆ, ਖੇਤੀ ਕਰਨੀ ਸਿੱਖੀ, ਫਿਰ ਉਸ ਤੋਂ ਅੱਗੇ ਵਿਕਾਸ ਕਰਦਾ ਕਰਦਾ ਹੋਰ ਤਰ੍ਹਾਂ ਦੇ ਧੰਦੇ, ਹੋਰ ਤਰ੍ਹਾਂ ਦੇ ਕਿੱਤੇ, ਕਿਉਂਕਿ ਖੇਤੀ ਵਿੱਚ ਵੀ ਉਸ ਨੂੰ ਕਿੰਨੇ ਸਾਰੇ ਕਿੱਤਿਆਂ ਦੀ ਲੋੜ ਪੈਣੀ ਸੀ। ਉਹ ਕਿੱਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੈ, ਉਹਨਾਂ ਨੂੰ ਬਣਾਉਣ ਵਾਸਤੇ ਵੱਖਰੇ ਵੱਖਰੇ ਕਿਸਮ ਦੇ ਬੰਦਿਆਂ ਨੂੰ ਡਿਊਟੀਆਂ ਲੱਗੀਆਂ ਹੋਣਗੀਆਂ, ਜਾਂ ਕਿਸ ਤਰ੍ਹਾਂ ਵੰਡ ਵੰਡਾਰਾ ਹੋਇਆ ਹੋਊ ਕਿੱਤਿਆਂ ਦਾ। ਉਹ ਸਾਰਾ ਵਿਕਾਸ ਪ੍ਰਕਿਰਿਆ ਦੇ ਨਾਲ ਜੋ ਕੁਝ ਵੀ ਅੱਜ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਰਤ ਰਹੇ ਹਾਂ, ਸਾਡੇ ਘਰ ਵਿੱਚ ਜੋ ਕੁਛ ਹੈ, ਸਾਡੇ ਸਮਾਜ ਵਿੱਚ ਜੋ ਕੁਛ ਹੈ, ਸਾਡੀ ਰਸੋਈ ਵਿੱਚ ਜੋ ਕੁਛ ਹੈ, ਇਹ ਸਾਰੇ ਦਾ ਸਾਰਾ ਪਦਾਰਥਕ ਸੱਭਿਆਚਾਰ ਵਿੱਚ ਆਉਂਦਾ ਹੈ। ਸਾਡੀਆਂ ਕਿਹੋ ਜਿਹੀਆਂ ਬਿਲਡਿੰਗਾਂ ਨੇ, ਕਿਹੋ ਜਿਹੀਆਂ ਸੜਕਾਂ ਨੇ, ਨਹਿਰਾਂ ਕਿਵੇਂ ਆਈਆਂ, ਰੇਲਾਂ ਕਿਵੇਂ ਬਣੀਆਂ, ਹੋਰ ਜੋ ਕੁਛ ਵੀ ਪਦਾਰਥਕ ਮੈਟਰ ਜਿਹਨੂੰ ਆਪਾਂ ਅੰਗਰੇਜ਼ੀ ਵਿੱਚ ਕਹਿ ਲੈਂਦੇ ਹਾਂ, ਇਹ ਸਾਰੇ ਦਾ ਸਾਰਾ ਜਿਹੜਾ ਅਜੀਬ ਮੈਟਰ ਹੈ, ਜਿਹੜਾ ਲਾਈਵ ਨਹੀਂ ਹੈ, ਜਿਉਂਦਾ ਨਹੀਂ ਹੈ, ਇਹ ਇਸ ਤਰ੍ਹਾਂ ਦਾ ਜੋ ਮਨੁੱਖ ਨੇ ਸਿਰਜਿਆ, ਜੋ ਮਨੁੱਖ ਨੇ ਪੈਦਾ ਕੀਤਾ, ਇਸ ਨੂੰ ਮੈਂ ਪਦਾਰਥਕ ਸੱਭਿਆਚਾਰ ਦੇ ਵਿੱਚ ਲੈ ਕੇ ਆਉਣਾ। ਦੂਸਰੀ ਕਿਸਮ ਦਾ ਸੱਭਿਆਚਾਰ ਜਿਹਦੀ ਮੇਰੀ ਆਪਣੀ ਧਾਰਨਾ ਹੈ, ਉਹ ਹੈ ਸਮਾਜਿਕ ਸੱਭਿਆਚਾਰ। ਸਮਾਜ ਕਿਵੇਂ ਹੋਂਦ 'ਚ ਆਇਆ? ਜੇ ਆਪਾਂ ਬਹੁਤ ਵਿਸਥਾਰ ਵਿੱਚ ਜਾਣ ਲੱਗੀਏ ਵੀ ਪਦਾਰਥ ਕਿਵੇਂ ਪੈਦਾ ਹੋਇਆ, ਤਾਂ ਇਹਦੇ 'ਤੇ ਘੰਟਿਆਂ ਬੱਧੀ ਤਾਂ ਇਸੇ ਗੱਲ ਦੇ ਉੱਤੇ ਆਪਾਂ ਨੂੰ ਗੱਲ ਕਰਨੀ ਪੈ ਜਾਊਗੀ। ਮੈਂ ਸੰਖੇਪ ਵਿੱਚ ਇਹ ਗੱਲ ਨਿਬੇੜੀ ਹੈ ਕਿ ਮਨੁੱਖ ਨੇ ਜਦੋਂ ਤੋਂ ਹੱਥਾਂ ਨਾਲ ਕਿਰਤ ਕਮਾਈ ਕਰਨੀ ਸ਼ੁਰੂ ਕੀਤੀ ਹੈ, ਸਿਰਜਣਾ ਕਰਨੀ ਸ਼ੁਰੂ ਕੀਤੀ ਹੈ, ਹੱਥਾਂ ਨਾਲ, ਚਾਹੇ ਦਸਤਕਾਰੀ ਨਾਲ, ਚਾਹੇ ਕਾਰਖਾਨਿਆਂ ਵਿੱਚੋਂ, ਚਾਹੇ ਵੱਡੇ ਵੱਡੇ ਕਿਸੇ ਤਰ੍ਹਾਂ ਦੇ ਵੀ ਤੁਸੀਂ ਪ੍ਰੋਜੈਕਟ ਕਹਿ ਲਓ, ਉਹ ਜਿਹੜੀਆਂ ਚੀਜ਼ਾਂ ਮਨੁੱਖ ਨੇ ਬਣਾ ਕੇ ਸਾਡੇ ਸਾਹਮਣੇ ਲਿਆ ਕੇ ਰੱਖੀਆਂ ਨੇ। ਆ ਮੇਰੇ ਸਾਹਮਣੇ ਮੋਬਾਈਲ ਟੰਗਿਆ ਪਿਆ, ਮੈਂ ਮਾਈਕ ਲੱਗਿਆ ਹੋਇਆ, ਮੇਰੇ ਇੱਧਰੋਂ ਲਾਈਟਾਂ ਜਗੀਆਂ ਹੋਈਆਂ ਨੇ। ਇਹ ਸਾਰਾ ਕੁਝ ਜੋ ਅੱਜ ਤੱਕ ਅਸੀਂ ਵਿਕਾਸ ਹੋਇਆ ਦੇਖਦੇ ਹਾਂ, ਇਹ ਤੋਂ ਅਗਲਾ ਜਿਹੜਾ ਮੈਂ ਕਹਿਣਾ ਕਿ ਮਨੁੱਖ ਨੇ ਸੱਭਿਆਚਾਰ ਜਿਹੜਾ ਹੈ, ਸਮਾਜਿਕ ਸੱਭਿਆਚਾਰ, ਉਹਦੀ ਸਿਰਜਣਾ ਕਿਵੇਂ ਕੀਤੀ, ਇਹਦੇ ਬਾਰੇ ਦੋਸਤੋ ਸੋਚਣ ਦੀ ਲੋੜ ਹੈ। ਜਦੋਂ ਮਨੁੱਖ ਸ਼ਿਕਾਰੀ ਸੀ, ਉਦੋਂ ਕਬੀਲਿਆਂ ਵਿੱਚ ਰਹਿੰਦਾ ਸੀ। ਕਬੀਲੇ ਦਾ ਕੋਈ ਰਿਸ਼ਤਾ ਨਹੀਂ ਸੀ ਹੁੰਦਾ, ਕਬੀਲੇ ਵਿੱਚ ਕੋਈ ਵਿਆਹ ਸ਼ਾਦੀ ਨਹੀਂ ਸੀ ਹੁੰਦੀ। ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਕੌਣ ਕਿਹਦੀ ਮਾਂ ਹੈ, ਕੌਣ ਕਿਹਦੀ ਭੈਣ ਹੈ, ਕੌਣ ਕਿਹਦਾ ਭਰਾ ਹੈ। ਉਹ ਖੁੱਲ੍ਹ ਦਾ ਰਿਸ਼ਤਾ ਜਿਹੜਾ ਸੀ, ਕਬਾਇਲੀ ਸੱਭਿਆਚਾਰ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਇਸ ਤਰ੍ਹਾਂ ਦਾ ਰਿਸ਼ਤਾ ਜਿਹਦੀ ਮਾਂ ਤੋਂ ਔਲਾਦ ਹੁੰਦੀ ਸੀ। ਇਹ ਪਤਾ ਲੱਗਦਾ ਸੀ ਕਿ ਮਾਂ ਕੌਣ ਹੈ, ਬਾਪ ਦਾ ਨਹੀਂ ਸੀ ਪਤਾ ਲੱਗਦਾ ਹੁੰਦਾ। ਹੁਣ ਇਹ ਸਮਾਜ ਕਿਵੇਂ ਬਣਿਆ? ਜਦੋਂ ਮਨੁੱਖ ਨੇ ਖੇਤੀ ਕਰਨੀ ਸ਼ੁਰੂ ਕੀਤੀ, ਉਦੋਂ ਉਸ ਨੂੰ ਇੱਕ ਥਾਂ 'ਤੇ ਬਸਤੀ ਬਣਾ ਕੇ ਵਸਣਾ ਪੈ ਗਿਆ। ਇਸ ਤੋਂ ਪਹਿਲਾਂ ਜਦੋਂ ਜੰਗਲੀ ਜੀਵ ਸੀ, ਉਹ ਕਬੀਲਿਆਂ ਦੇ ਰੂਪ 'ਚ ਰਹਿੰਦਾ ਸੀ। ਜਦੋਂ ਇੱਕ ਥਾਂ ਦੇ ਉੱਤੇ ਮੀਂਹ ਪਾਣੀ ਨਹੀਂ ਹੋਇਆ, ਜਾਨਵਰ ਭੁੱਖੇ ਮਰਦੇ, ਤਿਹਾਏ ਮਰਦੇ, ਕਿਸੇ ਹੋਰ ਪਾਸੇ ਨਿਕਲ ਗਏ, ਤਾਂ ਉਸ ਮਨੁੱਖ ਨੂੰ ਵੀ, ਕਬੀਲੇ ਨੂੰ ਵੀ ਸ਼ਿਕਾਰਾਂ ਦੇ ਮਗਰ ਨਿਕਲਣਾ ਪੈਂਦਾ ਸੀ। ਇੱਕ ਥਾਂ 'ਤੇ ਬਸ ਨਹੀਂ ਸੀ ਸਕਦਾ। ਲੇਕਿਨ ਜਦੋਂ ਖੇਤੀ ਦੀ ਕਾਢ ਕੱਢਦਾ ਮਨੁੱਖ, ਉਸ ਵੇਲੇ ਉਸ ਨੂੰ ਇੱਕ ਥਾਂ 'ਤੇ ਵਸਣ ਦੀ ਲੋੜ ਪੈ ਗਈ। ਜਦੋਂ ਇੱਕ ਥਾਂ 'ਤੇ ਵਸਣ ਵਾਸਤੇ ਬਸਤੀਆਂ ਵਸੀਆਂ, ਜਦੋਂ ਉਸਨੇ ਝੌਂਪੜੀਆਂ ਪਾਈਆਂ, ਘੁਰਨੇ ਪੱਟੇ, ਜਾਂ ਜੋ ਵੀ ਉਸਨੇ ਆਪਣਾ ਰਹਿਣ ਬਸੇਰਾ ਕੀਤਾ, ਉੱਥੇ ਉਸ ਨੂੰ ਇੱਕ ਕਬੀਲੇ ਨੂੰ, ਇੱਕ ਪਰਿਵਾਰ ਦੇ ਰੂਪ ਵਿੱਚ ਵਸਣਾ ਪੈ ਗਿਆ। ਫਿਰ ਇੱਕ ਪਰਿਵਾਰ ਦਾ ਪਤਾ ਲੱਗਣ ਲੱਗਿਆ ਕਿ ਇਹ ਸਾਡਾ ਪਰਿਵਾਰ ਹੈ। ਪਹਿਲਾਂ ਪਰਿਵਾਰ ਦਾ ਨਹੀਂ ਸੀ ਪਤਾ ਹੁੰਦਾ। ਇੱਥੋਂ ਇੱਕ ਝੌਂਪੜੀ ਵਿੱਚ ਰਹਿਣ ਵਾਲੇ ਉਹ ਜਿੰਨੇ ਵੀ ਮੈਂਬਰ ਨੇ, ਉਹ ਇੱਕ ਪਰਿਵਾਰ ਦੇ ਰੂਪ ਵਿੱਚ ਹੌਲੀ ਹੌਲੀ ਰਿਸ਼ਤੇ ਸਥਾਪਿਤ ਹੋਣ ਲੱਗੇ। ਇਹ ਪਤਾ ਲੱਗਣ ਲੱਗਿਆ ਕਿ ਇਹ ਬਾਪ ਹੈ, ਇਹ ਮਾਂ ਹੈ, ਇਹ ਭੈਣ ਹੈ। ਇਹ ਦੇਖੋ ਰਿਸ਼ਤਿਆਂ ਦਾ ਸੱਭਿਆਚਾਰ ਕਿਵੇਂ ਪੈਦਾ ਹੋਇਆ। ਅਸੀਂ ਅੱਜ ਜਿਹੜੇ ਰਿਸ਼ਤੇ ਹੰਢਾ ਰਹੇ ਹਾਂ, ਇਹ ਅੱਜ ਬਣੇ ਬਣਾਏ ਰਿਸ਼ਤੇ ਨਹੀਂ ਸਾਨੂੰ ਮਿਲੇ। ਇਹ ਬੜਾ ਲੰਮਾ ਇਤਿਹਾਸ ਹੈ ਹਰ ਇੱਕ ਚੀਜ਼ ਦਾ। ਇਹ ਜੋ ਵੀ ਵਿਕਾਸ ਹੁੰਦਾ ਹੈ, ਉਸ ਦੀ ਇਤਿਹਾਸਕ ਵਿਕਾਸ ਪ੍ਰਕਿਰਿਆ ਨੂੰ ਜਾਣ ਕੇ ਸਿੱਟੇ ਕੱਢੇ ਜਾ ਸਕਦੇ ਹੁੰਦੇ ਹੈ। ਇਸ ਕਰਕੇ ਇਹ ਜਿਹੜਾ ਸਮਾਜਿਕ ਸੱਭਿਆਚਾਰ ਹੈ, ਫਿਰ ਇੱਥੇ ਆਪਾਂ ਇਹ ਵੀ ਵੇਖਦੇ ਹਾਂ ਕਿ ਉਹ ਸਮਾਂ ਸੀ ਕਬਾਇਲੀਆਂ ਦਾ। ਉਹਨਾਂ ਕੋਲ ਕੋਈ ਬਸਤਰ ਨਹੀਂ ਸੀ ਹੁੰਦੇ, ਕੋਈ ਲੀੜੇ ਕੱਪੜੇ ਨਹੀਂ ਸੀ ਹੁੰਦੇ। ਲੇਕਿਨ ਫਿਰ ਵੀ ਜਦੋਂ ਉਹਨਾਂ ਨੂੰ ਇਸ ਤਰ੍ਹਾਂ ਦਾ ਅਹਿਸਾਸ ਹੋਣ ਲੱਗਿਆ ਵੀ ਨਗੇਜ ਢੱਕਿਆ ਜਾਣਾ ਚਾਹੀਦਾ ਹੈ, ਤਾਂ ਦਰਖਤਾਂ ਦੇ ਪੱਤੇ ਤੋੜ ਕੇ ਔਰਤਾਂ ਨੇ ਛਾਤੀਆਂ ਵੀ ਢੱਕੀਆਂ, ਕਮਰ ਵੀ ਢੱਕੀ, ਅਤੇ ਮਰਦਾਂ ਨੇ ਕੇਵਲ ਇਕੱਲੀ ਕਮਰ ਢੱਕ ਲਈ ਪੱਤਿਆਂ ਦੇ ਹਾਰ ਬਣਾ ਕੇ। ਇਹ ਮੈਂ ਕੁਛ ਇਲਾਕਿਆਂ ਵਿੱਚ ਜਾ ਕੇ ਜਦੋਂ ਦੇਖਿਆ
ਖਾਸ ਕਰਕੇ ਮੈਂ ਨਿਊਜ਼ੀਲੈਂਡ ਵਿੱਚ ਵੀ ਵੇਖ ਕੇ ਆਇਆ ਇਹ ਉਸ ਪੁਰਾਣੇ ਯੁੱਗ ਦੇ ਬਣੇ ਹੋਏ ਜਿਹੜੇ ਉਹਨਾਂ ਦੇ ਕੱਪੜੇ ਘਾਹ ਫੂਸ ਦੇ ਬਣਾਏ ਹੋਏ, ਸਿਰਫ ਹਾਰ ਦੀ ਤਰ੍ਹਾਂ ਕਹਿ ਲਓ ਉਹਨਾਂ ਨੂੰ ਤੁਸੀਂ, ਜਿਵੇਂ ਹਾਰ ਬਣਾ ਲਏ ਘਾਹ ਫੂਸ ਦੇ ਬਹੁਤ ਸੋਹਣੇ ਢੰਗ ਨਾਲ ਬਣਾਏ। ਜਿਵੇਂ ਜਿਵੇਂ ਕਲਾ ਉਸਰਦੀ ਹੈ, ਵਿਕਾਸ ਕਰਦਾ ਮਨੁੱਖ ਦਾ ਦਿਮਾਗ, ਉਵੇਂ ਜਿਵੇਂ ਵਸਤਰ ਵੀ ਸੁੰਦਰ ਬਣਦੇ ਤੁਰੇ ਜਾਂਦੇ ਨੇ। ਅਤੇ ਫਿਰ ਰੇਸ਼ੇ ਪੈਦਾ ਕੀਤੇ, ਰੇਸ਼ਿਆਂ ਤੋਂ ਅੱਗੇ ਚੱਲ ਕੇ ਪਤਾ ਨਹੀਂ ਕਦੋਂ ਕਦੋਂ ਜਾ ਕੇ ਕਿਵੇਂ ਕਿਵੇਂ ਰੱਸੀਆਂ ਵੱਟਣ ਦੀ ਜਾਚ ਸਿੱਖੀ ਹੋਣੀ ਹੈ ਮਨੁੱਖ ਨੇ, ਕਿਵੇਂ ਉਹਨਾਂ ਦੀ ਬੁਣਤੀ ਕਰਨ ਦੀ ਜਾਚ ਸਿੱਖੀ ਹੋਣੀ ਹੈ। ਇਸ ਤਰ੍ਹਾਂ ਕਰਦੇ ਕਰਦੇ ਦੇਖੋ ਅਸੀਂ ਅੱਜ ਕਿੰਨੇ ਸੋਹਣੇ ਵਸਤਰਾਂ ਤੱਕ ਪਹੁੰਚੇ ਹਾਂ। ਜਾਣੀ ਮਨੁੱਖ ਨੇ ਆਪਣੇ ਸਰੀਰ ਨੂੰ ਢੱਕਣ ਦਾ ਵੀ ਇੱਕ ਸੱਭਿਆਚਾਰ ਸਿਰਜ ਲਿਆ। ਰਿਸ਼ਤਿਆਂ ਦਾ ਸੱਭਿਆਚਾਰ ਹੋ ਗਿਆ, ਖਾਣ ਪੀਣ ਦਾ ਸੱਭਿਆਚਾਰ ਹੋਇਆ, ਰਹਿਣ ਸਹਿਣ ਦਾ ਸੱਭਿਆਚਾਰ ਹੋਇਆ। ਅਸੀਂ ਕਿਹੋ ਜਿਹੀਆਂ ਬਿਲਡਿੰਗਾਂ ਬਣਾਈਆਂ। ਮੈਂ ਆਪਣੀ ਸੁਰਤ ਦੀ ਜੇ ਗੱਲ ਕਰਾਂ ਕਿਵੇਂ ਸੱਭਿਆਚਾਰ ਵਿਕਾਸ ਕਰਦਾ ਹੈ, ਜਿਵੇਂ ਮੈਂ ਪੁਰਾਣੇ ਪ੍ਰੀਮੀਟਿਵ ਕਮਿਊਨ ਦੀ ਜਾਂ ਪ੍ਰੀਮੀਟਿਵ ਸਮਾਜ ਦੀ ਗੱਲ ਕੀਤੀ ਹੈ, ਮੁੱਢਲੇ ਸਮਾਜ ਦੀ, ਜਦੋਂ ਉਹਨੇ ਕੱਖਾਂ ਕਾਨਿਆਂ ਦੀਆਂ ਝੌਂਪੜੀਆਂ ਬਣਾਈਆਂ ਹੋਣਗੀਆਂ। ਮੈਂ ਸਰਕੜੇ ਦੇ ਘਰ ਵੀ ਵੇਖੇ ਨੇ। ਮੇਰਾ ਜਿਹੜਾ ਨਾਵਲ ਅਬ ਜੂਝਣ ਕੋ ਦਾਓ ਹੈ, ਉਹਦੇ ਵਿੱਚ ਵੀ ਜਦੋਂ ਮੈਂ ਇੱਕ ਪਿੰਡ ਵਸਦਾ ਵਿਖਾਉਣਾ ਤਾਂ ਸਭ ਤੋਂ ਪਹਿਲਾਂ ਸਰਕੜੇ ਦੇ ਛੱਪਰ ਪਾਏ ਜਾਂਦੇ ਨੇ। ਉਸ ਤੋਂ ਬਾਅਦ ਹੌਲੀ ਹੌਲੀ ਛੱਪਰ ਦੀਆਂ ਸਰਕੜੇ ਦੀਆਂ ਦੀਵਾਰਾਂ ਕੱਢੀਆਂ ਜਾਂਦੀਆਂ ਨੇ ਅਤੇ ਫਿਰ ਕਿਤੇ ਜਾ ਕੇ ਇੱਟਾਂ ਗਾਰੇ ਦਾ, ਮਿੱਟੀ ਦਾ, ਇਹ ਕਿਵੇਂ ਲੰਮੇ ਸਮੇਂ ਬਾਅਦ ਮਨੁੱਖ ਨੇ ਗਾਰੇ ਦੀ ਵਰਤੋਂ ਕਰਨੀ ਸਿੱਖੀ ਹੋਏਗੀ, ਕਿਵੇਂ ਉਹਨੇ ਇੱਟਾਂ ਥੱਪਣੀਆਂ ਸਿੱਖੀਆਂ ਹੋਣਗੀਆਂ, ਕਿਵੇਂ ਉਸਨੇ ਫਿਰ ਅੱਗ ਦੀ ਕਾਢ ਕੱਢੀ ਹੋਏਗੀ, ਉਹਨਾਂ ਇੱਟਾਂ ਨੂੰ ਪਕਾਉਣ ਦੀ ਜਾਚ ਸਿੱਖੀ ਹੋਏਗੀ ਅਤੇ ਫਿਰ ਉਹਦੀ ਚਿਣਾਈ ਦੀ ਜਾਚ ਸਿੱਖੀ ਹੋਏਗੀ, ਕਿਵੇਂ ਸੀਮੈਂਟ ਬਣਿਆ, ਕਿਵੇਂ ਉਹਨੂੰ ਪੀਸਿਆ ਗਿਆ ਪੱਥਰਾਂ ਨੂੰ ਰਗੜ ਰਗੜ ਕੇ, ਵੱਡੇ ਕਿਵੇਂ ਚੱਕੀਆਂ ਬਣਾਈਆਂ ਗਈਆਂ, ਉਹ ਗ੍ਰਾਈਂਡਰ ਕਿਵੇਂ ਲਿਆਂਦੇ ਗਏ, ਕਿਵੇਂ ਬਣਾਏ ਮਨੁੱਖ ਨੇ। ਇਹ ਲੰਮਾ ਇਤਿਹਾਸਕ ਵਿਕਾਸ ਪ੍ਰਕਿਰਿਆ ਹੈ ਜਿਹਦੇ ਵਿੱਚੋਂ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਡੇ ਕੱਚੇ ਖੋਲਿਆਂ ਤੋਂ ਸ਼ੁਰੂ ਹੋ ਕੇ, ਮੇਰਾ ਜਿੱਥੇ ਜਨਮ ਹੋਇਆ ਛੱਤ ਨਾਲ ਹੱਥ ਲੱਗ ਜਾਂਦਾ ਸੀ ਸਾਡੇ ਬਜ਼ੁਰਗਾਂ ਦਾ, ਕੜੀਆਂ ਵਿੰਗੀਆਂ ਟੇਢੀਆਂ, ਲਟੈਣਾ ਸ਼ਤੀਰੀਆਂ ਵਿੰਗੀਆਂ ਟੇਢੀਆਂ, ਜਿਵੇਂ ਵੀ ਲੱਕੜ ਕਿਤੋਂ ਮਿਲ ਗਈ ਉਸ ਤਰ੍ਹਾਂ ਦੇ ਛੱਤਾਂ ਪਾਈਆਂ ਹੋਈਆਂ, ਸਰਕੜੇ ਦੀਆਂ, ਕਾਨਿਆਂ ਦੀਆਂ, ਸਿਰਕੀਆਂ ਦੀਆਂ। ਚਿੜੀਆਂ ਆਮ ਤੌਰ 'ਤੇ ਵਿੱਚ ਖੁੱਡਾਂ ਪੱਟ ਲੈਂਦੀਆਂ, ਆਲ੍ਹਣੇ ਪਾ ਲੈਂਦੀਆਂ, ਬੱਚੇ ਪੈਦਾ ਕਰ ਲੈਂਦੀਆਂ। ਜਿਹੜੀ ਇਸ ਤਰ੍ਹਾਂ ਦੇ ਮਕਾਨ ਜਦੋਂ ਦੇਖਦਾ ਸੀ ਮੈਂ, ਬਹੁਤ ਘੱਟ ਘਰਾਂ ਦੇ ਵਿੱਚ ਖਾਸ ਕਰਕੇ ਜਿਹੜੇ ਕਿਸਾਨੀ ਕਿੱਤੇ ਨਾਲ ਜੱਟ ਜ਼ਮੀਂਦਾਰ ਜੁੜੇ ਹੁੰਦੇ ਸੀ, ਉਹ ਗੱਡਾ ਭੇਡਾ ਅੰਦਰ ਕਰਨ ਵਾਸਤੇ ਵੱਡਾ ਦਰਵਾਜ਼ਾ ਪਾ ਲੈਂਦੇ ਸੀ। ਤਾਂ ਦਰਵਾਜ਼ੇ ਦੀ ਇਕੱਲੀ ਡਾਟ ਜਿਹੜੀ ਹੁੰਦੀ ਸੀ ਪੱਕੀਆਂ ਇੱਟਾਂ ਦੀ ਹੁੰਦੀ ਸੀ, ਬਾਕੀ ਸਾਰੇ ਦਾ ਸਾਰਾ ਕੱਚਾ ਮਕਾਨ। ਵੱਡੀਆਂ ਵੱਡੀਆਂ ਲਟੈਣਾ, ਵੱਡੇ ਵੱਡੇ ਸ਼ਤੀਰ ਪਾ ਕੇ ਵੱਡੇ ਵੱਡੇ ਦਰਵਾਜ਼ੇ ਛੱਤੇ ਜਾਂਦੇ ਸੀ। ਅੱਜ ਅਸੀਂ ਉਹ ਕੋਠੜੀਆਂ ਤੋਂ ਕੋਠਿਆਂ ਤੱਕ, ਕੋਠਿਆਂ ਤੋਂ ਮਕਾਨਾਂ ਤੱਕ, ਮਕਾਨਾਂ ਤੋਂ ਅੱਜ ਕੋਠੀਆਂ ਤੱਕ ਅਤੇ ਬੰਗਲਿਆਂ ਤੱਕ ਪਹੁੰਚ ਗਏ ਹਾਂ। ਇਹ ਇਸ ਤਰ੍ਹਾਂ ਦਾ ਸੱਭਿਆਚਾਰ ਜਿਹੜਾ ਹੈਗਾ ਇਹ ਸਾਡੇ ਸਮਾਜ ਦੀ ਸਿਰਜਣਾ ਵਿੱਚ ਹਿੱਸਾ ਪਾਉਂਦਾ ਹੈ। ਹੁਣ ਜਦੋਂ ਅਸੀਂ ਇਹ ਗੱਲ ਭਾਸ਼ਾ ਦੀ ਗੱਲ ਵੀ ਜੇ ਲਈਏ, ਅਸੀਂ ਮੈਂ ਧਰਮ ਦੀ ਗੱਲ ਵੀ ਲਊਂਗਾ, ਭਾਸ਼ਾ ਦੀ ਗੱਲ ਕਰੀਏ ਤਾਂ ਜਦੋਂ ਪਹਿਲਾ ਮਨੁੱਖ ਸੀ, ਜਦੋਂ ਸ਼ਿਕਾਰੀ ਸੀ, ਉਹ ਮੁੱਢਲਾ ਮਨੁੱਖ ਜਦੋਂ ਸ਼ਿਕਾਰੀ ਸੀ, ਉਹਨੂੰ ਬੋਲਣਾ ਨਹੀਂ ਸੀ ਆਉਂਦਾ। ਕਿਉਂ ਨਹੀਂ ਸੀ ਬੋਲਣਾ ਆਉਂਦਾ? ਕਿਉਂਕਿ ਬਾਕੀ ਜਿਹੜੇ ਖੂੰਖਾਰ ਜਾਨਵਰ ਨੇ, ਮਾਸਾਹਾਰੀ ਜਾਨਵਰ ਨੇ, ਉਹਨਾਂ ਦੀ ਤਰ੍ਹਾਂ ਮਨੁੱਖ ਵੀ ਆਪਣੇ ਮੂੰਹ ਨਾਲ ਖਿੱਚ ਖਿੱਚ ਕੇ ਮਾਸ ਖਾਂਦਾ ਹੈ। ਉਹਦਾ ਮੂੰਹ ਲਮੂਤਰ ਹੈ। ਆਪਾਂ ਫੋਟੋਆਂ ਦੇ ਵਿੱਚ ਦੇਖੋ, ਟੀਵੀ ਦੇ ਉੱਤੇ ਦੇਖੋ, ਡਿਸਕਵਰੀ ਚੈਨਲ ਜਿਹੜਾ ਹੈ ਉਹਦੇ 'ਤੇ ਦੇਖਿਆ ਜਾ ਸਕਦਾ ਹੈ ਕਿ ਪ੍ਰੀਮੀਟਿਵ ਮਨੁੱਖ ਜਿਹੜਾ ਮੁੱਢਲਾ ਮਨੁੱਖ ਸੀ, ਉਸ ਦਾ ਲੰਮਾ ਮੂੰਹ ਹੁੰਦਾ ਸੀ। ਫਿਰ ਜਦੋਂ ਇਹ ਸ਼ਾਕਾਹਾਰੀ ਹੋਣ ਲੱਗਦਾ ਹੈ, ਜਦੋਂ ਇਹ ਫਸਲਾਂ ਬੀਜਣ ਲੱਗਦਾ ਹੈ, ਸਾਗ ਸਬਜ਼ੀਆਂ 'ਤੇ ਆਉਂਦਾ ਹੈ, ਉਸ ਵੇਲੇ ਇਹਦੇ ਮੂੰਹ ਦੀ ਗੁਲਾਈ ਬਣਨੀ ਸ਼ੁਰੂ ਹੁੰਦੀ ਹੈ। ਜਦੋਂ ਮੂੰਹ ਦੀ ਗੁਲਾਈ ਬਣਨੀ ਸ਼ੁਰੂ ਹੁੰਦੀ ਹੈ, ਇਸ ਦਾ ਤਾਲੂਆ ਗੋਲ ਹੁੰਦਾ ਹੈ ਅਤੇ ਜੀਭ ਅੰਦਰ ਹਿੱਲਣ ਲੱਗਦੀ ਹੈ। ਇਹ ਹੇਠਾਂ ਉੱਪਰ ਹੋ ਸਕਦੀ ਹੈ, ਟੋ ਬਣ ਸਕਦੀ ਹੈ, ਜੀਭ ਦੀ ਬਿਗੀ ਹੋ ਸਕਦੀ ਹੈ, ਟੇਢੀ ਹੋ ਸਕਦੀ ਹੈ, ਹੇਠਾਂ ਉੱਤੇ ਹੋ ਸਕਦੀ ਹੈ। ਤਾਂ ਇਹ ਤੋਂ ਉਸ ਨੇ ਆਵਾਜ਼ਾਂ ਕੱਢਣੀਆਂ ਸ਼ੁਰੂ ਕੀਤੀਆਂ। ਜੋ ਭਾਸ਼ਾ ਅਸੀਂ ਅੱਜ ਬੋਲਦੇ ਹਾਂ, ਕਲਪਨਾ ਕਰੋ ਕਿ ਉਹ ਮਨੁੱਖ ਜਦੋਂ ਪਹਿਲੀ ਵਾਰ ਬੋਲਣ ਲੱਗਿਆ ਹੋਏਗਾ, ਕਿ ਉਸ ਨੂੰ ਇੰਨੀ ਭਾਸ਼ਾ ਆਉਂਦੀ ਸੀ? ਨਹੀਂ ਸੀ ਆਉਂਦੀ। ਜਿਵੇਂ ਜਿਵੇਂ ਮਨੁੱਖ ਨੇ ਅੱਗੇ ਜਾ ਕੇ ਵਿਕਾਸ ਕੀਤਾ ਹੈ, ਜਿਵੇਂ ਜਿਵੇਂ ਪਦਾਰਥਕ ਵਿਕਾਸ ਹੋਇਆ, ਉਹਨਾਂ ਚੀਜ਼ਾਂ ਦੇ ਨਾਂ ਰੱਖੇ ਉਸਨੇ। ਭਾਸ਼ਾ ਦਾ ਵਿਕਾਸ ਹੁੰਦਾ ਗਿਆ, ਸ਼ਬਦ ਭੰਡਾਰ ਵੱਧਦਾ ਤੁਰਿਆ ਗਿਆ। ਇਹ ਸ਼ਬਦ ਭੰਡਾਰ ਵੱਧਦਾ 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 ਵੱਧਦਾ
ਅੱਗੇ ਜਾ ਕੇ ਇੱਕ ਇਸ ਤਰ੍ਹਾਂ ਦੀ ਭਾਸ਼ਾ ਬਣ ਗਈ ਕਿ ਮਨੁੱਖ ਆਪਣੀ ਗੱਲ ਦੂਜੇ ਤੱਕ ਕਹਿਣ ਦੇ ਸਮਰੱਥ ਹੋ ਗਿਆ। ਜਿਹੜਾ ਇਸ ਤੋਂ ਪਹਿਲਾਂ ਇਸ਼ਾਰਿਆਂ ਨਾਲ ਜਾਂ ਆਵਾਜ਼ਾਂ ਨਾਲ ਆਪਣੀ ਗੱਲ ਦੂਜੇ ਤੱਕ ਪਹੁੰਚਾਉਂਦਾ ਸੀ, ਉਹ ਹੁਣ ਬੋਲ ਕੇ ਆਪਣੀ ਗੱਲ ਕਹਿ ਕੇ ਦੱਸਣ ਲੱਗ ਪਿਆ। ਉਸ ਨੂੰ ਆਵਾਜ਼ਾਂ ਦੀ ਪਛਾਣ ਹੋਣ ਲੱਗ ਗਈ। ਇਸ ਤਰ੍ਹਾਂ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਇਹ ਵੱਖਰੀਆਂ ਵੱਖਰੀਆਂ ਭਾਸ਼ਾਵਾਂ ਦਾ ਇਹ ਇੱਕ ਵੱਖਰਾ ਇਤਿਹਾਸ ਹੈ ਕਿ ਜਿਹੋ ਜਿਹੇ ਕਿਸੇ ਇਲਾਕੇ ਦੇ ਵਿੱਚ ਲੋਕਾਂ ਦਾ ਸੱਭਿਆਚਾਰ ਜਾਂ ਉਹਨਾਂ ਦੀ ਜਿਹੜੀ ਜ਼ੁਬਾਨ ਹੈ ਉਹ ਵਿਕਸਿਤ ਹੋਈ, ਹਰ ਇੱਕ ਐਂ ਕਹਿ ਸਕਦੇ ਹਾਂ ਕਿਸੇ ਨਾ ਕਿਸੇ ਹੱਦ ਤੱਕ ਉਹਨਾਂ ਦੇ ਸੱਭਿਆਚਾਰਾਂ ਵਿੱਚ ਵੀ ਤਬਦੀਲੀਆਂ ਆਈਆਂ, ਰਹਿਣ ਸਹਿਣ ਦੀਆਂ ਵੀ, ਖਾਣ ਪੀਣ ਦੀਆਂ ਵੀ, ਬੈਠਣ ਉੱਠਣ ਦੀਆਂ ਵੀ। ਇਸ ਤਰ੍ਹਾਂ ਅਨੇਕਾਂ ਕਿਸਮ ਦੇ ਬਹੁਤ ਕਹਿ ਦਈਏ ਬਹੁਤ ਦਿਸ਼ਾਵੀ ਸੱਭਿਆਚਾਰਾਂ ਨੇ ਜਨਮ ਲਿਆ ਇਸ ਸਾਡੀ ਧਰਤੀ ਦੇ ਉੱਤੇ। ਸਾਡੇ ਆਪਣੇ ਮੁਲਕ ਵਿੱਚ ਵੀ ਆਪਾਂ ਦੇਖ ਸਕਦੇ ਹਾਂ, ਜਿੰਨੇ ਸੂਬੇ ਨੇ ਵੱਖਰੀਆਂ ਉਦੋਂ ਦੀਆਂ ਧਾਰਨਾਵਾਂ ਨੇ, ਵੱਖਰੀ ਵੱਖਰੀ ਭਾਸ਼ਾ ਹੈ, ਵੱਖਰੇ ਵੱਖਰੇ ਲਿਬਾਸ ਨੇ, ਵੱਖਰੇ ਵੱਖਰੇ ਖਾਣ ਪੀਣ ਦੇ ਢੰਗ ਤਰੀਕੇ ਨੇ। ਸਾਡੇ ਪੰਜਾਬ ਦਾ ਹੋਰ ਤਰ੍ਹਾਂ ਦਾ, ਕੇਰਲਾ ਦਾ ਹੋਰ ਤਰ੍ਹਾਂ ਦਾ ਹੋਏਗਾ, ਬੰਗਾਲ ਦਾ ਹੋਰ ਤਰ੍ਹਾਂ ਦਾ ਹੋਏਗਾ। ਜਿਹੜੀ ਇਸ ਤਰ੍ਹਾਂ ਕਰਕੇ ਸੱਭਿਆਚਾਰਾਂ ਦੇ ਵਖਰੇਵੇਂ ਸਮੇਂ ਦੇ ਨਾਲ ਉਸੇ ਤਰ੍ਹਾਂ ਪੈਦਾ ਹੋਏ ਹੈ। ਹੁਣ ਗੱਲ ਅੱਗੇ ਆਉਂਦੀ ਹੈ ਜਿਹੜੀ ਮੈਂ ਗੱਲ ਕਰਨੀ ਚਾਹੂੰਗਾ ਕਿ ਧਰਮ ਦੀ ਹੋਂਦ ਕਿਵੇਂ ਹੋਈ ਹੋਏਗੀ, ਰੱਬ ਦੀ ਕਲਪਨਾ ਕਿਵੇਂ ਹੋਈ ਹੋਏਗੀ। ਅੱਜ ਅਸੀਂ ਸਾਰੇ ਇਹ ਕਹਿੰਦੇ ਹਾਂ ਕਿ ਰੱਬ ਉੱਪਰ ਹੈ, ਪਰਮਾਤਮਾ ਉੱਪਰ ਹੈ, ਉਹ ਉੱਪਰ ਸਾਨੂੰ ਜਾਣਾ ਪੈਣਾ ਹੈ, ਉੱਪਰ ਸਾਡਾ ਲੇਖਾ ਜੋਖਾ ਹੋਣਾ ਹੈ। ਮੈਂ ਕਹਿੰਦਾ ਵੀ ਇਹ ਗੱਲਾਂ ਇਤਿਹਾਸਕ ਪਰਿਪੇਖ ਵਿੱਚ ਵਿਚਾਰੀਆਂ ਜਾਣੀਆਂ ਚਾਹੀਦੀਆਂ ਨੇ, ਨਾ ਕਿ ਬਣੀਆਂ ਬਣਾਈਆਂ। ਬਹੁਤ ਸਮਾਂ ਪਹਿਲਾਂ, ਅੱਜ ਤੋਂ ਲੱਖਾਂ ਸਾਲ ਪਹਿਲਾਂ ਕਹਿ ਲਓ, ਕੋਈ ਰੱਬ ਦਾ ਸਰੂਪ ਨਹੀਂ ਸੀ ਇੱਥੇ। ਕੋਈ ਕਿਸੇ ਕਿਸਮ ਦੀ ਧਰਮ ਦੀ ਜੇ ਕਹਿ ਦਈਏ ਤਾਂ ਮਰਜ਼ਾਦਾ ਇੰਨੀ ਕੁ ਕਹਿ ਸਕਦੇ ਹਾਂ ਕਿ ਜਿਹੜੇ ਕਬੀਲੇ ਨੂੰ ਜਿਸ ਤਰ੍ਹਾਂ ਦਾ ਸ਼ਿਕਾਰ ਮਿਲਦਾ ਹੈ ਉਹਦੇ ਲਈ ਉਹੀ ਰੱਬ ਹੁੰਦਾ ਸੀ। ਜਿੱਥੋਂ ਕਿਸੇ ਕਬੀਲੇ ਨੂੰ ਜਿਸ ਤਰ੍ਹਾਂ ਦੇ ਫਲ, ਜਿਸ ਤਰ੍ਹਾਂ ਦੀਆਂ ਜੜੀ ਬੂਟੀਆਂ ਜਾਂ ਜਿਸ ਤਰ੍ਹਾਂ ਦਾ ਖਾਣ ਪੀਣ ਦੇ ਪਦਾਰਥ ਮਿਲਦੇ ਨੇ, ਉਹ ਦਰਖਤ ਉਹਨਾਂ ਦਾ ਰੱਬ ਹੁੰਦਾ ਸੀ। ਉਸੇ ਦਰਖਤ ਦੀ ਪੂਜਾ ਕਰਦੇ ਸੀ ਜਿੱਥੋਂ ਉਹਨਾਂ ਨੂੰ ਫਲ ਪ੍ਰਾਪਤ ਹੁੰਦੇ ਸੀ। ਇਹ ਵਿਕਾਸ ਕਰਦਾ ਕਿਵੇਂ, ਹੁਣ ਮੈਂ ਇਸ 'ਤੇ ਆਤਮਾ ਪਰਮਾਤਮਾ 'ਤੇ ਆਉਣਾ। ਆਤਮਾ ਪਰਮਾਤਮਾ ਇਹ ਕੀ ਚੀਜ਼ ਹੈ? ਅਸੀਂ ਅੱਜ ਕਹਿੰਦੇ ਸਾਡੀ ਆਤਮਾ ਹੈ, ਇਹ ਆਤਮਾ ਉੱਪਰ ਜਾਂਦੀ ਹੈ, ਇਹ ਪਰਮਾਤਮਾ ਦੇ ਦਰ 'ਤੇ ਜਾਊਗੀ। ਮੈਂ ਕਹਿੰਦਾ ਵੀ ਆਤਮਾ ਅਤੇ ਪਰਮਾਤਮਾ ਦੀ ਹੋਂਦ ਕਿਵੇਂ ਪਤਾ ਲੱਗਿਆ ਮਨੁੱਖ ਨੂੰ? ਇਹ ਕਿਵੇਂ ਖੋਜਿਆ ਉਸਨੇ? ਇਹ ਖੋਜ ਤਾਂ ਮਨੁੱਖ ਨੇ ਕੀਤੀ ਹੈ, ਨਾ ਕਿ ਪਰਮਾਤਮਾ ਨੇ ਮਨੁੱਖ ਤੋਂ ਕਰਵਾਈ ਹੈ। ਮਨੁੱਖ ਨੂੰ ਇਹ ਨੋਟ ਕਰਨ ਵਾਲੀ ਗੱਲ ਹੈ ਜਿਹੜੀ ਮੈਂ ਬੇਨਤੀ ਕਰਨ ਲੱਗਿਆ ਕਿ ਇੱਕ ਵਿਅਕਤੀ ਮਰ ਗਿਆ, ਕਬੀਲੇ ਦਾ ਕੋਈ ਵਿਅਕਤੀ ਮਰ ਗਿਆ, ਇੱਕ ਜੀਅ ਫੌਤ ਹੋ ਗਿਆ। ਕਬੀਲੇ ਵਾਲਿਆਂ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਕਿ ਇਹਦਾ ਕੀ ਬਣ ਗਿਆ, ਕੀ ਹੋ ਗਿਆ। ਜਿਵੇਂ ਬਾਂਦਰੀ ਦੀ ਗੱਲ ਲੈ ਲਓ, ਜੇ ਬਾਂਦਰੀ ਦਾ ਬੱਚਾ ਮਰ ਜਾਂਦਾ ਹੈ ਤਾਂ ਬਾਂਦਰੀ ਨੂੰ ਕੋਈ ਪਤਾ ਨਹੀਂ ਕਿ ਮੇਰਾ ਬੱਚਾ ਮਰ ਗਿਆ। ਉਹ ਮਰੇ ਹੋਏ ਬੱਚੇ ਨੂੰ ਗਲ ਲਾ ਕੇ ਉਵੇਂ ਜਿਵੇਂ ਚੱਕ ਕੇ ਤੁਰੀ ਫਿਰਦੀ ਹੈ ਜਦੋਂ ਤੱਕ ਉਹ ਸੜ ਨਹੀਂ ਜਾਂਦਾ। ਜਦੋਂ ਉਹਦੇ 'ਚੋਂ ਮੁਸ਼ਕ ਪੈਣ ਲੱਗ ਜਾਂਦਾ ਹੈ, ਉਸ ਵੇਲੇ ਸੁੱਟਦੀ ਹੈ ਉਸ ਨੂੰ ਬਾਂਦਰੀ। ਉਹਨਾਂ ਚਿਰ ਆਪਣੇ ਗਲ ਨਾਲ ਲਾਈ ਰੱਖਦੀ ਹੈ, ਉਹਨੂੰ ਕੋਈ ਪਤਾ ਨਹੀਂ ਕਿ ਮੇਰਾ ਪੁੱਤ ਮਰ ਗਿਆ। ਇਸੇ ਪ੍ਰਕਾਰ ਜਦੋਂ ਉਹ ਵਿਅਕਤੀ ਸੜ ਗਿਆ, ਖਤਮ ਹੋ ਗਿਆ, ਉਹਨੂੰ ਕੁੱਤੇ ਬਿੱਲਿਆਂ ਨੇ ਖਾ ਲਿਆ, ਉਸ ਤੋਂ ਬਾਅਦ ਮਨੁੱਖਾਂ ਨੂੰ ਉਸ ਦੀ ਜਿਹੜਾ ਸੁਪਨਾ ਕਹਿੰਦੇ ਅਸੀਂ, ਖਿਆਲ ਆਇਆ ਰਾਤ ਨੂੰ ਸੁੱਤੇ ਪਏ ਨੂੰ, ਉਹਨੂੰ ਇਹ ਲੱਗਿਆ ਕਿ ਮੈਨੂੰ ਰਾਤ ਜਿਹੜਾ ਸਾਡਾ ਬੰਦਾ ਹੈ ਨਹੀਂ ਇੱਥੇ, ਉਹ ਮਿਲ ਕੇ ਗਿਆ, ਮੈਨੂੰ ਮਿਲਿਆ। ਫਿਰ ਇਸ ਤੋਂ ਅੰਦਾਜ਼ਾ ਲਾਇਆ, ਹੌਲੀ ਹੌਲੀ ਕਲਪਨਾ ਕੀਤੀ ਮਨੁੱਖ ਨੇ ਕਿ ਇਹ ਉਹਦੀ ਕੋਈ ਆਤਮਾ ਹੈ ਜਿਹੜੀ ਇੱਥੇ ਕਿਤੇ ਇੱਧਰ ਤੁਰੀ ਫਿਰਦੀ ਹੈ ਅਤੇ ਰਾਤੀ ਮੈਨੂੰ ਉਸਨੇ ਦਿਖਾਈ ਦਿੱਤੀ ਹੈ। ਹੁਣ ਇਹ ਆਤਮਾ ਕਿੱਥੋਂ ਆਈ? ਆਤਮਾ ਦਾ ਕੋਈ ਨਾ ਕੋਈ ਸਰੂਪ ਹੋਏਗਾ, ਕੋਈ ਨਾ ਕੋਈ ਸਰੋਤ ਹੋਏਗਾ। ਇਹ ਮਨੁੱਖ ਨੇ ਫਿਰ ਇਹ ਘਾੜਤ ਘੜੀ ਕਿ ਇੱਕ ਹੋਰ ਪਰਮ ਆਤਮਾ ਹੈ, ਸਭ ਤੋਂ ਵੱਡੀ ਆਤਮਾ ਹੈ ਜਿਹੜੀ ਇਸ ਆਤਮਾਵਾਂ ਨੂੰ ਪੈਦਾ ਕਰਦੀ ਹੈ। ਇਹ ਮਨੁੱਖ ਦੀ ਖੋਜ ਹੈ, ਇਹ ਮਨੁੱਖ ਦੀ ਕਾਢ ਕੱਢੀ ਹੋਈ ਹੈ, ਆਤਮਾ ਅਤੇ ਪਰਮਾਤਮਾ। ਹੁਣ ਜੇ ਆਪਾਂ ਆਪਣੇ ਹਿੰਦੁਸਤਾਨ ਦੇ ਸੱਭਿਆਚਾਰ ਦੀ ਗੱਲ ਕਰੀਏ, ਭਾਰਤ ਦੇ ਸੱਭਿਆਚਾਰ ਵਿੱਚ
ਇਹ ਇਤਿਹਾਸਕ ਪੱਖ ਤੋਂ ਇਹ ਕਿਹਾ ਜਾਂਦਾ ਹੈ ਕਿ ਸਾਡਾ ਸਮਾਜ ਬਹੁਤ ਈਸ਼ਵਰਵਾਦੀ ਸਮਾਜ ਸੀ। ਬਹੁਤ ਸਾਰੇ ਈਸ਼ਵਰ, ਇੱਕ ਈਸ਼ਵਰ ਨਹੀਂ, ਇੱਕ ਪਰਮਾਤਮਾ ਨਹੀਂ, ਅੱਡ ਅੱਡ ਤਰ੍ਹਾਂ ਦੇ ਪਰਮਾਤਮਾ ਮਨੁੱਖ ਨੇ ਸਿਰਜ ਲਏ। ਜਿਸ ਤਰ੍ਹਾਂ ਦਾ ਕਿਸੇ ਦਾ ਆਰਥਿਕ ਆਧਾਰ ਹੈ, ਜਿਸ ਤਰ੍ਹਾਂ ਦੀ ਕਿਸੇ ਦੀ ਆਰਥਿਕ ਵਿਵਸਥਾ ਹੈ, ਉਸ ਦਾ ਪਰਮਾਤਮਾ ਵੀ, ਉਸ ਦਾ ਈਸ਼ਵਰ ਵੀ ਉਸੇ ਪ੍ਰਕਾਰ ਦਾ ਹੈ। ਜੇ ਕੋਈ ਪੈਸੇ ਟਕੇ ਦੇ ਵਿੱਚ ਆਰਥਿਕ ਤੌਰ 'ਤੇ ਕਹਿ ਲਈਏ ਵੀ ਬਹੁਤ ਅਮੀਰ ਹੈ ਕਿਸਮ ਦਾ ਹੈ, ਤਾਂ ਉਹਦਾ ਜਿਹੜਾ ਈਸ਼ਵਰ ਹੈ ਨਾ, ਉਹ ਵੀ ਸੋਹਣਾ ਸੁਨੱਖਾ ਅਤੇ ਬਹੁਤ ਖੂਬਸੂਰਤ ਹੈ। ਜੇ ਉਹ ਰੇਸ਼ਮੀ ਵਸਤਰ ਪਹਿਨਦਾ ਹੈ ਤਾਂ ਉਸ ਦਾ ਈਸ਼ਵਰ ਵੀ ਰੇਸ਼ਮੀ ਵਸਤਰ ਪਹਿਨਦਾ ਹੈ। ਹੁਣ ਮੈਂ ਆਪਣੀ ਜੀਵਨ ਦਾ ਇੱਕ ਛੋਟੀ ਜਿਹੀ ਉਦਾਹਰਨ ਦੇਣੀ ਚਾਹੂੰਗਾ। ਸਾਡੇ ਗੁਆਂਢ ਦੇ ਵਿੱਚ ਮਗਰਲੇ ਪਾਸੇ ਮਜ਼੍ਹਬੀ ਸਿੱਖਾਂ ਦਾ ਅਗਵਾੜ, ਅਤੇ ਮੈਂ ਉੱਥੇ ਵੇਖਦਾ ਹੁੰਦਾ ਸੀ ਕਿ ਉਹ ਮਾਈਆਂ ਨੇ, ਉੱਥੋਂ ਦੀਆਂ ਬੀਬੀਆਂ ਨੇ 2 ਕੱਚੀਆਂ ਇੱਟਾਂ 3 ਇੱਟਾਂ ਕੱਚੀਆਂ ਰੱਖ ਕੇ ਇੱਕ ਛੋਟੀ ਜਿਹੀ ਮੱਟੀ ਜਿਹੀ ਬਣਾ ਲਈ, 3 ਕੱਚੀਆਂ ਇੱਟਾਂ ਦੀ। ਉੱਥੇ ਇੱਕ ਟੰਬਾ ਗੱਡ ਦਿੱਤਾ, ਡੰਡਾ ਗੱਡ ਦਿੱਤਾ, ਲੰਮੀ ਸੋਟੀ। ਉਹ ਸੋਟੀ ਦੇ ਉੱਤੇ ਕੋਈ ਲੀਰ ਬੰਨ੍ਹ ਦਿੱਤੀ। ਉਹ ਲੀਰ ਬੰਨ੍ਹ ਕੇ ਕੀ ਹੋਇਆ, ਉਹਨਾਂ ਦਾ ਉਹ ਈਸ਼ਵਰ ਹੈ, ਉਹਨਾਂ ਦਾ ਪਰਮਾਤਮਾ ਹੈ। ਉਹ ਉੱਥੇ ਮੱਥਾ ਟੇਕਣ ਆਉਂਦੀਆਂ ਨੇ, ਉੱਥੇ ਦਲੀਆ ਦੁਲੀਆ ਬਣਾ ਕੇ ਰੱਖਦੀਆਂ ਨੇ ਕੁੱਤੇ ਬਿੱਲਿਆਂ ਵਾਸਤੇ। ਉਹ ਪੂਜਾ ਉਹਦੀ ਕਰ ਰਹੀਆਂ ਨੇ। ਫਿਰ ਜੰਡਾ ਕਰੀਰਾਂ ਦੀ ਪੂਜਾ ਕਿਉਂ ਹੋਣ ਲੱਗੀ? ਕਿਉਂਕਿ ਉਹਨਾਂ ਦਾ ਈਸ਼ਵਰ ਜੰਡ ਤੇ ਕਰੀਰ ਬਣਿਆ, ਜਿੱਥੋਂ ਉਹਨਾਂ ਨੂੰ ਕੋਈ ਰਾਹਤ ਮਿਲਦੀ ਦਿਸੀ ਹੈ। ਕਿਸੇ ਦਾ ਪਿੱਪਲ ਈਸ਼ਵਰ ਬਣ ਗਿਆ। ਇਹ ਬਹੁਤ ਈਸ਼ਵਰਵਾਦ ਜਿਹੜਾ ਸਾਡੇ ਸੱਭਿਆਚਾਰ ਦਾ ਹਿੱਸਾ ਬਣਿਆ, ਅੱਡ ਅੱਡ ਧਰਮਾਂ ਦਾ ਹਿੱਸਾ ਬਣਿਆ। ਇਹ ਨਿਆਰੇ ਨਿਆਰੇ ਜਿਹੜੇ ਭੇਖ ਬਣੇ, ਨਿਆਰੇ ਨਿਆਰੇ ਪਹਿਰਾਵੇ ਬਣੇ, ਨਿਆਰੇ ਨਿਆਰੇ ਧਰਮ ਬਣੇ, ਨਿਆਰੀਆਂ ਨਿਆਰੀਆਂ ਹੋਰ ਕਿੰਨੀਆਂ ਕਿਸਮ ਦੀਆਂ ਵਸਤਾਂ ਜਿਹੜੀਆਂ ਸਾਡੇ ਸਾਹਮਣੇ ਹੋਂਦ ਵਿੱਚ ਆਉਂਦੀਆਂ ਨੇ। ਅਤੇ ਇਹ ਧਰਮ ਦਾ ਇੱਕ ਸਰੂਪ ਕਿਤੇ ਵੀ ਨਹੀਂ ਹੈ। ਹਰ ਇੱਕ ਨੇ ਆਪਣੇ ਆਪਣੇ ਰੂਪ ਵਿੱਚ ਉਸ ਦੀ, ਕੋਈ ਪਰਮਾਤਮਾ ਕਹਿ ਲਓ, ਕੋਈ ਰੱਬ ਕਹਿ ਲਓ। ਰੱਬ ਸ਼ਬਦ ਸਾਡੇ ਪੰਜਾਬ ਦਾ ਜਾਂ ਸਾਡੇ ਸੱਭਿਆਚਾਰ ਦਾ ਅੰਗ ਨਹੀਂ ਹੈ, ਸਾਡੀ ਭਾਸ਼ਾ ਦਾ ਰੱਬ ਹਿੱਸਾ ਨਹੀਂ ਹੈ। ਇਹ ਅਰਬ ਦੇਸ਼ਾਂ ਵਿੱਚੋਂ ਸ਼ਬਦ ਜਦੋਂ ਪਹਿਲੀ ਵਾਰ ਲੈ ਕੇ ਆਉਂਦਾ ਬਾਬਾ ਫਰੀਦ, ਉਹਦੇ ਸ਼ਲੋਕਾਂ ਵਿੱਚ, ਉਹਦੀ ਬਾਣੀ ਵਿੱਚ ਰੱਬ ਦੀ ਵਰਤੋਂ ਕੀਤੀ ਗਈ ਹੈ। ਉਸ ਤੋਂ ਪਹਿਲਾਂ ਕਿਤੇ ਵੀ ਸਾਡੇ ਸੱਭਿਆਚਾਰ ਵਿੱਚ ਰੱਬ ਦੀ ਵਰਤੋਂ ਨਹੀਂ ਕੀਤੀ ਗਈ, ਰੱਬ ਸ਼ਬਦ ਦੀ, ਕਿਉਂਕਿ ਇਹ ਫਾਰਸੀ ਦਾ ਸ਼ਬਦ ਹੈ। ਰੱਬ ਬਾਬਾ ਸ਼ਬਦ ਹੈ, ਇਹ ਸਾਡਾ ਬਾਹਰੋਂ ਆਇਆ, ਸਾਡਾ ਆਪਣਾ ਨਹੀਂ। ਬਾਬੇ ਦਾ ਮਤਲਬ ਬਹੁਤ ਸਤਿਕਾਰਯੋਗ ਬਜ਼ੁਰਗ, ਅਤੇ ਹੌਲੀ ਹੌਲੀ ਇਹ ਸ਼ਬਦ ਧਾਰਮਿਕ ਰੰਗਤ ਫੜ ਗਿਆ। ਬਾਬਾ ਨਾਨਕ, ਬਾਬਾ ਗੁਰੂ, ਬਾਬਾ ਸ਼ਬਦ ਜਿਹੜਾ ਉਹ ਸਤਿਕਾਰ ਦੇ ਵਿੱਚ ਆ ਕੇ ਇਸ ਨੇ ਧਾਰਮਿਕ ਰੰਗ ਫੜ ਲਿਆ। ਹੁਣ ਇਹ ਜਿਹੜੇ ਬਹੁ ਈਸ਼ਵਰ ਨੇ, ਇਹ ਅੱਡ ਅੱਡ ਪੂਜਾ ਦੇ ਸਾਧਨ, ਅੱਡ ਅੱਡ ਤਰੀਕੇ। ਹੁਣ ਆਪਾਂ ਦੇਖਦੇ ਹਾਂ ਕਿੰਨੇ ਦੇਵੀ ਦੇਵਤੇ ਮਨੁੱਖ ਨੇ ਸਿਰਜ ਲਏ। ਇਹ ਤਾਂ ਤੋਂ ਸਿਰਜੇ ਸਿਰਜਾਏ ਤਾਂ ਨਹੀਂ ਡਿੱਗੇ। ਭਾਵੇਂ ਇਹ ਕਿਹਾ ਜਾਂਦਾ ਹੈ ਕਿ ਬਰਮਾ ਜੀ ਨੇ ਇਹ ਧਰਤੀ ਥੱਪੀ। ਹੁਣ ਕਬੀਰ ਸਾਹਿਬ ਇੱਕ ਗੱਲ ਬੜੀ ਕਮਾਲ ਦੀ ਬਾਣੀ ਵਿੱਚ ਕਹਿੰਦੇ, ਮੈਨੂੰ ਸ਼ਬਦ ਨਹੀਂ ਯਾਦ ਆ ਰਿਹਾ, ਲੇਕਿਨ ਉਹ ਸ਼ਬਦ ਮੇਰਾ ਪੜ੍ਹਿਆ ਹੋਇਆ ਹੈ, ਜਿਹਦੇ ਵਿੱਚ ਉਹ ਇਹ ਕਹਿੰਦੇ ਨੇ ਵੀ ਜਿਹੜੇ ਸਿਰਜਣਹਾਰ ਸੀ, ਜਿਹਨੇ ਸ੍ਰਿਸ਼ਟੀ ਸਿਰਜੀ, ਉਹ ਆਪ ਕਿੱਥੇ ਬੈਠਾ ਸੀ? ਉਸ ਨੇ ਮਿੱਟੀ, ਗਾਰਾ, ਲਟਰਮ ਪਟਰਮ ਜੋ ਕੁਛ ਵੀ ਧਰਤੀ ਨੂੰ ਬਣਾਉਣ ਵਿੱਚ ਸਹਾਈ ਹੋਇਆ, ਉਹ ਕਿੱਥੋਂ ਲੈ ਕੇ ਆਇਆ? ਫਿਰ ਉਹ ਧਰਮ ਰਾਜ ਬਾਰੇ ਬੋਲਦੇ ਆ, ਉਹ ਦਰਬਾਰ ਬਾਰੇ ਬੋਲਦੇ ਨੇ, ਜਿਹਨੂੰ ਅਸੀਂ ਸੱਚਖੰਡ ਕਹਿੰਦੇ ਹਾਂ, ਉਹਦੇ ਬਾਰੇ ਕਬੀਰ ਸਾਹਿਬ ਬੋਲਦੇ ਨੇ ਕਿ ਕੋਈ ਦੱਸੇ ਵੀ ਉਹ ਕਾਹਦਾ ਬਣਿਆ। ਇੱਟਾਂ ਦਾ ਬਣਿਆ, ਪੱਥਰ ਦਾ ਬਣਿਆ, ਮਿੱਟੀ ਗਾਰੇ ਦਾ ਬਣਿਆ, ਲੱਕੜ ਦਾ ਬਣਿਆ, ਕਾਹਦਾ ਬਣਿਆ? ਜਿੱਥੇ ਧਰਮ ਰਾਜ ਬਹਿੰਦਾ, ਜਿੱਥੇ ਬਾਣੀਆਂ ਲੇਖਾ ਮੰਗਦਾ, ਉਹ ਕਾਹਦਾ ਬਣਿਆ, ਕਿੱਥੇ ਬੈਠਦਾ ਉਹ? ਜਿਹੜੀ ਇਸ ਤਰ੍ਹਾਂ ਦੇ ਸਵਾਲ ਕਬੀਰ ਸਾਹਿਬ ਨੇ ਬੜੀ ਜ਼ਬਰਦਸਤ ਇਨਕਲਾਬੀ ਢੰਗ ਨਾਲ ਪੇਸ਼ ਕੀਤੀਆਂ ਗੱਲਾਂ, ਪਰ ਅਸੀਂ ਉਹਨਾਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਅਸੀਂ ਹੋਰ ਪਾਸੇ ਜਿਹੜੇ ਅੰਧ ਵਿਸ਼ਵਾਸ ਹੈ ਜਾਂ ਇੱਕ ਸ਼ਰਧਾ ਮੂਲਕ ਸਾਡੀ ਜਿਹੜੀ ਧਾਰਨਾ ਬਣ ਜਾਂਦੀ ਹੈ ਕਿ ਜੋ ਵੱਡ ਵਡੇਰਿਆਂ ਨੇ ਸਾਡੇ ਦਿਮਾਗਾਂ ਦੇ ਵਿੱਚ ਪਾ ਦਿੱਤਾ, ਉਹੀ ਗੱਲ ਅੱਗੇ ਤੋਰਦੇ ਅਸੀਂ ਲਕੀਰ ਦੇ ਫਕੀਰ ਬਣੇ ਤੁਰੇ ਆਉਂਦੇ ਹਾਂ। ਜਿਹੜੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ, ਇਹ ਮੈਂ ਹੁਣ ਇੱਥੇ ਇਸ ਨੂੰ ਛੱਡ ਕੇ, ਸੱਭਿਆਚਾਰ ਨੂੰ ਛੱਡ ਕੇ, ਅਤੇ ਮੈਂ ਜਿਹੜੀ ਇਹ ਗੱਲ ਕਰਨੀ ਚਾਹੁੰਦਾ ਸੀਗਾ। ਅਤੇ ਤੀਜੀ ਕਿਸਮ ਦਾ ਜਿਹੜਾ ਸੱਭਿਆਚਾਰ ਹੈ, ਮੈਂ ਸੰਖੇਪ ਗੱਲ ਕਰਾਂ। ਤੀਜੀ ਕਿਸਮ ਦਾ ਸੱਭਿਆਚਾਰ ਹੈ ਗਿਆਨ ਦਾ ਸੱਭਿਆਚਾਰ।
ਗਿਆਨ ਜਿਹੜੀ ਅਸੀਂ ਅਕਲ ਕਹਿੰਦੇ ਹਾਂ, ਸੂਝ ਸਮਝ ਕਹਿੰਦੇ ਹਾਂ, ਇਹ ਵੀ ਲੰਮੇ ਸਮੇਂ ਦੇ ਇਤਿਹਾਸ ਨੂੰ ਖੋਜਣਾ ਪਏਗਾ। ਸਾਨੂੰ ਲੱਖਾਂ ਕਰੋੜਾਂ ਸਾਲ ਪਿੱਛੇ ਜਾਣਾ ਪਏਗਾ। ਮੈਂ ਇੰਨਾ ਪਿੱਛੇ ਨਾ ਜਾਂਦਾ ਹੋਇਆ 100 ਸਾਲ ਪਿੱਛੇ ਜਾ ਕੇ ਗੱਲ ਕਰ ਸਕਦਾ। 100 ਸਾਲ ਤੋਂ ਵੀ ਆਪਾਂ ਚਲੋ ਹੋਰ 1000 ਸਾਲ ਪਿੱਛੇ ਚਲੇ ਚੱਲੀਏ, 100 ਨੂੰ ਵੀ ਛੱਡ ਦਈਏ। 1000 ਸਾਲ ਪਹਿਲਾਂ ਕਿੰਨਾ ਕੁ ਗਿਆਨ ਸੀ ਮਨੁੱਖ ਨੂੰ? ਇਹ ਸਵਾਲ ਹੈ ਮੇਰਾ। ਇਹਦੇ 'ਤੇ ਵਿਚਾਰ ਕਰਿਓ ਕਿ ਅੱਜ ਤੋਂ 1000 ਸਾਲ ਪਹਿਲਾਂ ਅੱਜ ਜਿੰਨਾ ਹੁਣ ਅੱਜ ਗਿਆਨ ਹੈ, ਜਿੰਨਾ ਅੱਜ ਭੰਡਾਰ ਭਰਿਆ ਪਿਆ ਗਿਆਨ ਦਾ, ਕੀ ਉਦੋਂ ਉਸ ਮਨੁੱਖ ਨੂੰ 1000 ਸਾਲ ਪਹਿਲੇ ਮਨੁੱਖ ਨੂੰ ਇੰਨਾ ਗਿਆਨ ਸੀ? ਫਿਰ ਆਪਾਂ 500-550 ਸਾਲ ਪਿੱਛੇ ਅੱਗੇ ਆ ਜਾਂਦੇ ਹਾਂ। ਇਹਦਾ ਮਤਲਬ ਇਹ ਕਿ ਗੁਰੂ ਨਾਨਕ ਸਾਹਿਬ ਦਾ ਸਮਾਂ ਜਿਹੜਾ ਮਿਥ ਲਿਆ ਜਾਵੇ, ਮੰਨ ਲਿਆ ਜਾਵੇ, ਉਸ ਵੇਲੇ ਤੱਕ ਜੋ ਗਿਆਨ ਪ੍ਰਾਪਤ ਗਿਆਨ ਸੀ ਉਹ ਗੁਰੂ ਸਾਹਿਬ ਨੇ ਖੁੱਲ੍ਹੀਆਂ ਅੱਖਾਂ ਨਾਲ ਵੇਖਿਆ। ਅਸੀਂ ਗੁਰੂ ਨਾਨਕ ਸਾਹਿਬ ਨੂੰ 4 ਉਦਾਸੀਆਂ ਕਹਿ ਦਿੰਦੇ ਹਾਂ। ਮੇਰਾ ਮਤਭੇਦ ਹੈ ਇਸ ਗੱਲ ਤੋਂ। ਉਦਾਸੀਆਂ ਕਿਉਂ ਕਿਹਾ ਗਿਆ? ਕਿਉਂਕਿ ਸਾਧੂਆਂ ਸੰਤਾਂ ਨੇ ਜਿਹੜੇ ਉਦਾਸੀਆਂ ਕਰਦੇ ਸੀ, ਉਦਾਸ ਹੋ ਕੇ ਬਾਹਰ ਨਿਕਲ ਜਾਂਦੇ ਸੀ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਭਰਮਣ ਨੂੰ, ਉਹਨਾਂ ਦੀਆਂ 4 ਯਾਤਰਾਵਾਂ ਨੂੰ 4 ਉਦਾਸੀਆਂ ਕਹਿ ਕੇ ਸੀਮਿਤ ਕਰ ਦਿੱਤਾ। ਮੈਂ ਸਮਝਦਾ ਕਿ ਗੁਰੂ ਨਾਨਕ ਸਾਹਿਬ ਦਾ ਇਹ ਭਰਮਣ ਸੀ, ਉਹ ਸਮਾਜ ਨੂੰ, ਸੱਭਿਆਚਾਰਾਂ ਨੂੰ, ਜ਼ਿੰਦਗੀ ਜਿਉਣ ਦੇ ਵੱਖਰੇ ਵੱਖਰੇ ਢੰਗਾਂ ਨੂੰ ਵੇਖਣ ਵਾਸਤੇ ਬਾਹਰ ਨਿਕਲਦੇ ਸੀ। 4 ਦਿਸ਼ਾਵਾਂ ਵਿੱਚ ਉਹਨਾਂ ਨੇ ਜਾ ਕੇ ਜੋ ਵੇਖਿਆ, ਉਹ ਜੋ ਸਮਾਜਿਕ ਰਾਜਨੀਤਿਕ ਵਿਵਸਥਾ ਦੇਖੀ, ਜੋ ਸਮਾਜਿਕ ਵਿਵਸਥਾ ਦੇਖੀ, ਧਾਰਮਿਕ ਵਿਵਸਥਾ ਦੇਖੀ, ਗੁਰੂ ਨਾਨਕ ਸਾਹਿਬ ਨੇ ਉਹ ਸਾਰੇ ਦਾ ਸਾਰਾ ਆਬਜ਼ਰਵ ਕੀਤਾ, ਆਪਣੇ ਅੰਦਰ ਜਜ਼ਬ ਕੀਤਾ। ਮੈਂ ਇਹ ਸਮਝਦਾ ਗੁਰੂ ਨਾਨਕ ਸਾਹਿਬ ਬੇਦੀ ਖਾਨਦਾਨ ਵਿੱਚੋਂ ਗਿਣੇ ਜਾਂਦੇ ਆ। ਬੇਦੀ ਖਾਨਦਾਨ ਉਹ ਜਿਹਦੇ ਘਰ ਵਿੱਚ, ਪਰਿਵਾਰ ਵਿੱਚ ਇੱਕ ਵੇਦ ਜ਼ੁਬਾਨੀ ਯਾਦ ਹੁੰਦਾ। ਦਵੇਦੀ 2 ਵੇਦ ਪੜ੍ਹੇ ਜਾਂਦੇ ਸੀ ਉਹਨਾਂ ਦੇ ਪਰਿਵਾਰ ਵਿੱਚ, 2 ਵੇਦ ਯਾਦ ਹੁੰਦੇ ਸੀ ਜ਼ੁਬਾਨੀ। ਤ੍ਰਿਵੇਦੀ 3 ਵੇਦਾਂ ਦੇ ਗਿਆਤਾ ਹੁੰਦੇ ਸੀ। ਚਤੁਰਵੇਦੀ 4 ਵੇਦਾਂ ਦੇ ਗਿਆਤਾ ਹੁੰਦੇ ਸੀ। ਪਰ ਗੁਰੂ ਨਾਨਕ ਸਾਹਿਬ ਦਾ ਪਰਿਵਾਰ, ਇਹ ਖਾਨਦਾਨ, ਬੇਦੀ ਖਾਨਦਾਨ, 1 ਵੇਦ ਦਾ ਗਿਆਤਾ ਸੀ। ਇਹਦਾ ਮਤਲਬ ਮੈਂ ਇਹ ਸਮਝਦਾ ਕਿ ਗੁਰੂ ਨਾਨਕ ਸਾਹਿਬ 1 ਵੇਦ ਦੇ ਪੂਰੀ ਤਰ੍ਹਾਂ ਗਿਆਤਾ ਸੀਗੇ, ਜਿਸ ਕਰਕੇ ਬਹੁਤਾ ਕੁਝ ਵੇਦਾਂ ਦਾ ਪ੍ਰਭਾਵ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਦ੍ਰਿਸ਼ਟੀ ਗੋਚਰ ਹੁੰਦਾ ਹੈ। ਇਹਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਨੇ ਸਮਾਜਿਕ ਵਿਵਸਥਾ ਨੂੰ ਵੇਖਿਆ, ਧਾਰਮਿਕ ਵਿਵਸਥਾ ਨੂੰ ਵੇਖਿਆ, ਰਾਜਨੀਤਿਕ ਵਿਵਸਥਾ ਨੂੰ ਵੇਖਿਆ। ਜੋ ਸਾਡਾ ਜੀਵਨ ਦਾ, ਖਾਣ ਪੀਣ ਦਾ, ਮਾਸ ਵਗੈਰਾ ਖਾਣ ਦਾ ਜਾਂ ਸ਼ਾਕਾਹਾਰੀ ਹੋਣ ਦਾ, ਇਹ ਮੈਂ ਬਹੁਤਾ ਵਿਸਥਾਰ ਵਿੱਚ ਨਾ ਜਾਵਾਂ। ਇਹ ਸਾਰੀਆਂ ਗੱਲਾਂ ਗੁਰੂ ਨਾਨਕ ਸਾਹਿਬ ਨੇ ਐਨ ਨਿਚੋੜ ਕੱਢ ਕੇ ਸਾਡੇ ਸਾਹਮਣੇ ਲਿਆ ਕੇ ਰੱਖੀਆਂ। ਜੇ ਜਾਤ ਪਾਤ ਦਾ ਮਸਲਾ ਹੈ, ਗੁਰੂ ਨਾਨਕ ਸਾਹਿਬ ਨੇ ਸਿੱਧੇ ਸ਼ਬਦਾਂ ਵਿੱਚ ਕਿਹਾ, ਸੋ ਕਿਉ ਇਹ ਫੱਕੜ ਜਾਤੀ ਫੱਕੜ ਨਾਉ, ਸਭ ਨਾ ਜੀਆ ਏਕਾ ਛਾਉ। ਫਿਰ ਇੱਥੋਂ ਤੱਕ ਕਿ ਮੈਂ ਤਾਂ ਸਭ ਤੋਂ ਨੀਚੀ ਜਾਤ ਵਿੱਚ ਹਾਂ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੁਅਤ ਨੀਚ, ਨਾਨਕ ਤਿਨ ਕਾ ਸੰਗ ਸਾਥ ਵੱਡਿਆਂ ਸਿਉ ਕਿਆਰੀਸ। ਫਿਰ ਵੱਡਿਆਂ ਵਾਸਤੇ, ਅਮੀਰਾਂ ਵਾਸਤੇ, ਜੇ ਕੋ ਨਾਉ ਧਰਾਏ ਵੱਡਾ, ਸਾਧ ਕਰੇ ਮਨ ਭਾਣੇ, ਖਸਮੈ ਨਦਰੀ ਕੀੜਾ ਆਵੈ, ਜੇਤੇ ਚੁੱਗੈ ਦਾਣੇ। ਕੋਈ ਵੱਡਾ ਨਹੀਂ ਉਸ ਦੀ ਨਜ਼ਰ ਵਿੱਚ। ਫਿਰ ਇੱਥੇ ਗੱਲ ਇੱਕ ਹੋਰ ਆਉਂਦੀ ਹੈ ਕਿ ਜਿਵੇਂ ਮੈਂ ਪਹਿਲਾਂ ਬੇਨਤੀ ਕਰ ਚੁੱਕਿਆ, ਬਹੁ ਈਸ਼ਵਰਵਾਦ ਦਾ ਸਮਾਜ ਵਿੱਚ ਸਾਡੇ 'ਚ ਭਰਮਾਰਾ ਸੀ। ਇੱਕ ਸ਼ਬਦ ਓਮ ਆਇਆ। ਓਮ ਇੱਕ ਧੁਨੀ ਹੈ ਜਿਹੜੀ ਕੇਂਦਰੀ ਸ਼ਕਤੀ ਵਾਸਤੇ ਵਰਤੀ ਗਈ। ਗੁਰੂ ਨਾਨਕ ਸਾਹਿਬ ਨੇ ਉਹਦੇ ਨਾਲ ਏਕੋਂ ਲਾ ਕੇ ਉਸ ਨੂੰ ਇਹ ਦੱਸ ਦਿੱਤਾ ਕਿ ਅਸਲ ਵਿੱਚ ਜਿਹੜੀ ਸ਼ਕਤੀ ਹੈ, ਜਿਹੜੀ ਇਹ ਸੰਸਾਰ ਨੂੰ ਚਲਾਉਣ ਵਾਲੀ ਐਨਰਜੀ ਹੈ, ਉਹ ਇੱਕ ਹੈ। ਉਹ ਐਨਰਜੀ ਕਿਹੜੀ ਹੈ? ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਹੀ ਆਪਾਂ ਨੂੰ ਟੁੱਬੀ ਮਾਰਨੀ ਪੈਣੀ ਹੈ।
ਤੇ ਉਹਦੇ ਵਿੱਚੋਂ ਮੋਤੀ ਚੁੱਕ ਕੇ ਲਿਆਉਣੇ ਪੈਣੇ ਆ। ਜਦੋਂ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਆ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਤੂੰ ਕੁਦਰਤ ਵਿੱਚ ਵਸਦਾ ਹੈ, ਬਾਹਰ ਕਿਤੇ ਨਹੀਂ। ਇਹ ਬਹੁਤ ਦ੍ਰਿਸ਼ਟਾਂਤ ਦੇ ਕੇ ਗੁਰੂ ਨਾਨਕ ਸਾਹਿਬ ਨੇ, ਬਾਕੀ ਗੁਰੂ ਸਾਹਿਬਾਨ ਨੇ ਵੀ, ਜਿਹੜੀ ਬਾਣੀਕਾਰ ਨੇ ਜਿੰਨੇ ਵੀ, ਉਹਨਾਂ ਨੇ ਉਸੇ ਸੱਚ ਨੂੰ ਅੱਗੇ ਪ੍ਰਚੰਡ ਰੂਪ ਵਿੱਚ ਪੇਸ਼ ਕੀਤਾ ਹੈ। ਲੇਕਿਨ ਇੱਕ ਗੱਲ ਇਹ ਜ਼ਰੂਰ ਹੈ ਕਿ ਜਿਹੜੇ ਨਿਯਮ ਨੇ, ਜਿਹੜੇ ਕਾਨੂੰਨ ਨੇ, ਜਿਹੜੇ ਸੰਸਾਰ ਨੂੰ ਅੱਗੇ ਤੋਰ ਰਹੇ ਨੇ, ਉਹ ਸਾਰੇ ਦੇ ਸਾਰੇ ਕੁਦਰਤ ਦੇ ਨਿਯਮ ਨੇ। ਕੁਦਰਤ ਦੇ ਨਿਯਮਾਂ ਨੂੰ, ਜਿੱਥੇ ਉਹ ਸਮਾਂ ਸੀ ਜਦੋਂ ਵਿਗਿਆਨ ਨੇ ਅਜੇ ਚੜ੍ਹਤ ਨਹੀਂ ਸੀ ਕੀਤੀ, ਜਦੋਂ ਅਜੇ ਵਿਗਿਆਨ ਦੀ ਹੋਂਦ ਨਹੀਂ ਸੀ ਹੋਈ, ਗੁਰੂ ਨਾਨਕ ਸਾਹਿਬ ਨੇ ਇੱਥੇ ਗੱਲ ਮੁਕਾ ਦਿੱਤੀ, ਬਲਿਹਾਰੀ ਕੁਦਰਤ ਵਸਿਆ। ਅੱਗੇ ਅਗਲੀ ਤੁਕ ਜਿਹੜੀ ਹੈ, ਤੇਰਾ ਅੰਤ ਨਾ ਜਾਈ ਲਖਿਆ। ਬਾਹਰਲੇ ਦੇਸ਼ਾਂ ਵਿੱਚ, ਬਾਹਰਲੇ ਮੁਲਕਾਂ ਵਿੱਚ, ਕਿਉਂਕਿ ਵਿਗਿਆਨ ਦੀ ਚੜ੍ਹਤ ਹੋ ਗਈ, ਸਾਇੰਸ ਨੇ ਤਰੱਕੀ ਕਰ ਲਈ। ਸਾਇੰਸ ਦੀ ਤਰੱਕੀ ਨਾਲ ਉਹਨਾਂ ਨੇ ਕੁਦਰਤ ਦੇ ਬਹੁਤ ਸਾਰੇ ਨਿਯਮਾਂ ਨੂੰ ਸਮਝ ਕੇ ਮਨੁੱਖਤਾ ਦੀ ਸੇਵਾ ਵਿੱਚ ਝੋਕ ਦਿੱਤਾ। ਉਹਨਾਂ ਤੋਂ ਮਨੁੱਖਤਾ ਨੇ ਕੰਮ ਲੈਣਾ ਸ਼ੁਰੂ ਕਰ ਦਿੱਤਾ। ਕੋਈ ਵੀ ਤੁਸੀਂ ਚੀਜ਼ ਆਪਾਂ ਲੈ ਲਈਏ ਕਿ ਜਿਹੜੇ ਵੀ ਕੁਦਰਤ ਦੇ ਨਿਯਮ ਨੇ, ਕੁਦਰਤ ਦੇ ਵਰਤਾਰੇ ਨੇ, ਉਹਨਾਂ ਵਰਤਾਰਿਆਂ ਨੂੰ, ਉਹਨਾਂ ਕਲਾਵਾਂ ਨੂੰ ਮਨੁੱਖ ਨੇ, ਬਾਹਰਲੇ ਮੁਲਕਾਂ ਦੀ ਗੱਲ ਕਰਦਾ ਮੈਂ, ਜਿੱਥੇ ਵਿਗਿਆਨ ਨੇ ਇਹ ਕੁਛ ਕਰਕੇ ਵਿਖਾਇਆ, ਜਿੱਥੇ ਧਰਮ ਦਾ ਇੰਨਾ ਬੋਲਬਾਲਾ ਨਹੀਂ ਹੈ, ਜਿੱਥੇ ਉਸ ਤਰ੍ਹਾਂ ਦਾ ਪ੍ਰਕੋਪ ਨਹੀਂ ਹੈ, ਭਾਵੇਂ ਗੋਡ ਦੀ, ਪਰਮਾਤਮਾ ਦੀ ਹੋਂਦ ਉਹਨਾਂ ਮੁਲਕਾਂ 'ਚ ਵੀ ਹੈ, ਲੇਕਿਨ ਜ਼ਿਆਦਾ ਉੱਥੋਂ ਦੇ ਜੀਵਨ ਦੇ ਵਿੱਚ ਜਿਹੜੀ ਚੜ੍ਹਾਈ ਹੋਈ ਹੈ, ਉਹ ਉਸਤਤੀ ਹੋਈ ਹੈ, ਉਹ ਵਿਗਿਆਨ ਦੀ ਹੋਈ ਹੈ, ਜਿਸ ਕਰਕੇ ਉੱਥੇ ਮਨੁੱਖਾਂ ਨੇ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਅੱਗੇ ਤੋਰਨ ਦਾ ਯਤਨ ਕੀਤਾ ਹੈ। ਇਸ ਤਰ੍ਹਾਂ ਕਰਦੇ ਕਰਦਿਆਂ ਮੈਂ ਇਹ ਸਮਝਦਾ ਕਿ ਗੁਰੂ ਨਾਨਕ ਸਾਹਿਬ ਨੇ ਔਰਤਾਂ ਦੇ ਪੱਖ ਵਿੱਚ ਆਵਾਜ਼ ਉਠਾਈ ਹੈ। ਜੇ ਬਾਬਰ ਹਮਲਾ ਕਰਦਾ ਤਾਂ ਇੱਥੇ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ। ਇਹ ਬਹੁਤ ਲੰਮੇ ਚੌੜੇ ਸ਼ਬਦ ਨੇ, ਜਿਨ੍ਹਾਂ ਦੇ ਮੈਂ ਸੰਕੇਤ ਮਾਤਰ ਤੁਹਾਡੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਨੇ ਕੋਈ ਪੱਖ ਇਹੋ ਜਿਹਾ ਨਹੀਂ ਛੱਡਿਆ ਜਿਹਦੇ ਉੱਤੇ ਉਹਨਾਂ ਨੇ ਗੱਲ ਨਾ ਕੀਤੀ ਹੋਵੇ। ਐਨ ਪੂਰਾ ਨੁਕਤਾ ਚੀਨੀ ਕਰਕੇ ਦੋ ਤਰ੍ਹਾਂ ਦੀ ਧਾਰਨਾ ਮੈਂ ਸਮਝਦਾ ਗੁਰਬਾਣੀ ਦੇ ਵਿੱਚ ਆਉਂਦੀ ਹੈ, ਇੱਕ ਖੰਡਨ ਦੀ, ਇੱਕ ਮੰਡਨ ਦੀ। ਕਈ ਗੱਲਾਂ ਗੁਰੂ ਸਾਹਿਬਾਨ ਮੰਨਦੇ ਨੇ, ਉਹ ਮੰਨੀਆਂ ਹੋਈਆਂ ਗੱਲਾਂ ਨੂੰ ਕਿਤੇ ਅੱਗੇ ਜਾ ਕੇ ਵਿਸਥਾਰ ਨਾਲ, ਪਿਆਰ ਨਾਲ ਬਾਣੀ ਪੜ੍ਹੀ ਜਾਣੀ ਚਾਹੀਦੀ ਹੈ, ਖੋਜ ਕੀਤੀ ਜਾਣੀ ਚਾਹੀਦੀ ਹੈ, ਅਰਥਾਂ ਸਮੇਤ ਪੜ੍ਹੀ ਜਾਣੀ ਚਾਹੀਦੀ ਹੈ। ਫਿਰ ਸਾਨੂੰ ਬਾਣੀ ਗਿਆਨ ਦਿੰਦੀ ਹੈ ਕਿ ਗੁਰੂ ਸਾਹਿਬਾਨ ਨੇ ਕਿਸੇ ਥਾਂ ਦੇ ਉੱਤੇ ਕਿਸੇ ਗੱਲ ਦਾ ਮੰਡਨ ਕੀਤਾ ਹੋਇਆ, ਅੱਗੇ ਜਾ ਕੇ ਉਸੇ ਗੱਲ ਦਾ ਖੰਡਨ ਵੀ ਕੀਤਾ ਮਿਲੇਗਾ ਤੁਹਾਨੂੰ ਬਾਣੀ ਵਿੱਚ। ਜੇ ਅਸੀਂ ਬਾਣੀ ਨੂੰ ਸਮਝ ਕੇ ਪੜ੍ਹਦੇ ਹਾਂ, ਜੇ ਅਸੀਂ ਅੱਖਾਂ ਮੀਚ ਕੇ ਸ਼ਰਧਾ ਮੂਲਕ ਢੰਗ ਨਾਲ ਹੀ ਪੜ੍ਹਨੀ ਹੈ, ਮੈਂ ਸਮਝਦਾ ਵੀ ਉਹ ਫਲ ਮਿਲਦਾ ਹੋਏਗਾ ਜਿਵੇਂ ਸਾਡੇ ਕਹਿ ਦਿੱਤਾ ਜਾਂਦਾ ਹੈ ਕਿ ਬਾਣੀ ਦਾ ਫਲ ਮਿਲਦਾ ਹੈ। ਪਰ ਮੈਂ ਸਮਝਦਾ ਕਿ ਜਿਹੜੀ ਬਾਣੀ ਨੂੰ ਸਮਝ ਲਿਆ ਜਾਂਦਾ ਹੈ, ਜਿਹੜੀ ਬਾਣੀ ਨੂੰ ਪੜ੍ਹ ਲਿਆ ਜਾਂਦਾ ਹੈ, ਪੜ੍ਹ ਕੇ ਅੰਦਰ ਹੱਡਾਂ ਵਿੱਚ ਰਚਾ ਲਿਆ ਜਾਂਦਾ ਹੈ, ਮਨ ਦਾ ਹਿੱਸਾ ਬਣਾ ਲਿਆ ਜਾਂਦਾ ਹੈ, ਉਸ ਬਾਣੀ ਦਾ ਫਲ ਮਿਲਦਾ ਹੈ। ਜਿਹੜੀ ਬਿਨਾਂ ਸਮਝਿਆਂ ਲੰਘ ਗਈ ਸਾਡੇ ਕੋਲ ਦੀ, ਉਹਦਾ ਕੀ ਫਲ ਮਿਲਣਾ ਜਿਹਦੀ ਸਾਨੂੰ ਸਮਝ ਹੀ ਨਹੀਂ ਆਈ। ਇਸ ਕਰਕੇ ਮੈਂ ਫਿਰ ਇਸ ਗੱਲ ਦੇ ਉੱਤੇ ਆਵਾਂ ਕਿ ਸਾਡੇ ਗੁਰੂ ਸਾਹਿਬਾਨ ਨੇ ਇੱਕ ਨਵੀਂ ਕਿਸਮ ਦੀ ਜਿਹੜੀ ਗੱਲ ਸਾਡੇ ਸਾਹਮਣੇ ਲਿਆ ਕੇ ਰੱਖੀ ਹੈ, ਉਹ ਹੈ ਸਮਾਜਿਕ ਵਰਤਾਰਿਆਂ ਨੂੰ ਚੰਗੀ ਤਰ੍ਹਾਂ ਵੇਖ ਲੈਣ ਦੀ। ਇੱਥੇ ਮੈਂ ਸਾਡੇ ਪੰਜਾਬੀ ਸੱਭਿਆਚਾਰ ਦੇ ਵਿਕਾਸ ਦੀ ਥੋੜ੍ਹੀ ਜਿਹੀ ਗੱਲ ਕਰਨੀ ਚਾਹੂੰਗਾ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਪੰਜਵੇਂ ਗੁਰੂ ਸਾਹਿਬ ਨੇ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਭਾਈ ਗੁਰਦਾਸ ਜੀ ਤੋਂ ਬੀੜ ਰਖਵਾਈ। ਜਿਹੜੀਆਂ ਪੋਥੀਆਂ ਸੀ, ਉਹਨਾਂ ਪੋਥੀਆਂ ਨੂੰ ਇੱਕ ਥਾਂ ਇਕੱਠੀਆਂ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਦਾ ਦਰਜਾ ਦਿੱਤਾ ਗਿਆ। ਕਿਉਂ? ਗੁਰੂ ਸਾਹਿਬ ਵੇਖ ਰਹੇ ਹੈ ਕਿ ਇੱਕ ਦੁਨਿਆਵੀ ਰਾਜਾ ਹੈ, ਉਹ ਦੁਨਿਆਵੀ ਰਾਜਾ ਪਾਲਕੀ ਦੇ ਵਿੱਚ ਜਾ ਰਿਹਾ ਹੈ, ਹਾਥੀ ਦੇ ਉੱਤੇ ਹੌਦਾ ਰੱਖਿਆ ਉਹਦੇ 'ਚ ਜਾ ਰਿਹਾ ਹੈ, ਉਹਦੇ ਅੱਗੇ ਅੱਗੇ ਪਾਣੀ ਛਿੜਕਿਆ ਜਾ ਰਿਹਾ ਹੈ, ਮਗਰ ਨਾਦ ਵੱਜਦੇ ਜਾ ਰਹੇ ਨੇ, ਘੜਿਆਲ ਖੜਕਦੇ ਜਾ ਰਹੇ ਨੇ, ਅਤੇ ਰਾਜੇ ਦੇ ਮਗਰ ਪੱਖੇ ਚੱਲਦੇ, ਉਹਨਾਂ ਦੇ ਅਹਿਲਕਾਰ ਨੌਕਰ ਗੋਲੀਆਂ ਉਹ ਚੌਰ ਕਰਦੀਆਂ ਜਾ ਰਹੀਆਂ ਨੇ। ਸੋਚੋ ਗੁਰੂ ਅਰਜਨ ਸਾਹਿਬ ਦੀ ਦ੍ਰਿਸ਼ਟੀ ਕਿੱਡੀ ਦਿਵ ਦ੍ਰਿਸ਼ਟੀ ਹੈ
ਕਿੱਡੀ ਵਿਸ਼ਾਲ ਦ੍ਰਿਸ਼ਟੀ ਹੈ। ਉਹ ਆਪਣੇ ਸਿੱਖਾਂ ਨੂੰ ਕਹਿੰਦੇ ਨੇ ਕਿ ਸਾਡਾ ਉਹ ਰਾਜਾ ਨਹੀਂ, ਸਾਡਾ ਇਹ ਮਹਾਰਾਜ ਹੈ, ਇਹ ਸਾਡਾ ਮਹਾਰਾਜਾ ਹੈ। ਇਸ ਨੂੰ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਵੇਲੇ ਉਸੇ ਆਦਰ ਸਤਿਕਾਰ ਨਾਲ ਲੈ ਕੇ ਜਾਵਾਂਗੇ। ਅੱਗੇ ਅੱਗੇ ਪਾਣੀ ਛਿੜਕੇਗਾ ਸਿੱਖ ਤਾਂ ਗੁਰੂ 10ਵੇਂ ਪਾਤਸ਼ਾਹ ਪੈਦਾ ਕਰਦੇ ਆ। ਮਗਰ ਘੜਿਆਲ ਖੜਕਣਗੇ, ਢੋਲਕੀਆਂ ਖੜਕਣਗੀਆਂ, ਸੰਖ ਪੂਰੇ ਜਾਣਗੇ, ਨਾਦ ਵੱਜਣਗੇ, ਅਤੇ ਪਿੱਛੇ ਇੱਕ ਸਿੱਖ ਚੌਰ ਕਰੇਗਾ ਗੁਰੂ ਸਾਹਿਬ ਨੂੰ। ਇਹ ਲੋਕਾਂ ਦਾ ਭੈ, ਰਾਜੇ ਦਾ ਜਿਹੜਾ ਰਾਜ ਸ਼ਕਤੀ ਦਾ, ਸੱਤਾ ਦਾ ਭੈ, ਇਹ ਤਾਂ ਗੁਰੂ ਸਾਹਿਬ ਨੇ ਆਪਣੀ ਅੰਤਲੀ ਬਾਣੀ ਗੁਰੂ ਨਾਨਕ ਸਾਹਿਬ ਨੇ ਜਿਹੜੀ ਆਖਰ ਵਿੱਚ ਕਰਤਾਰਪੁਰ ਰਚੀ ਬਾਣੀ ਕਿਰਤ ਕਰਦਿਆਂ, ਖੇਤੀ ਕਰਦਿਆਂ, ਜਪਜੀ ਸਾਹਿਬ, ਉਹਦੇ ਵਿੱਚ ਹੀ ਨਿਰਭਉ ਨਿਰਵੈਰ ਬਣਾ ਦਿੱਤਾ ਕਿ ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨ ਤਾਣ। ਅਸੀਂ ਕਿਸੇ ਨੂੰ ਡਰਾਉਣਾ ਵੀ ਨਹੀਂ ਅਤੇ ਕਿਸੇ ਤੋਂ ਡਰਨਾ ਵੀ ਨਹੀਂ, ਅਸੀਂ ਇਸ ਮਹਾਰਾਜ ਦੇ ਹੁਕਮ ਵਿੱਚ ਚੱਲਣਾ ਹੈ। ਆਓ ਥੋੜ੍ਹਾ ਜਿਹਾ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਉਹ ਅਕਾਲ ਤਖਤ ਦੀ ਸਿਰਜਣਾ ਕਰਦੇ ਆ। ਜਦੋਂ ਪਿਤਾ ਜੀ ਸ਼ਹਾਦਤ ਹਾਸਲ ਕਰਦੇ ਹੈ ਅਤੇ 6ਵੇਂ ਗੁਰੂ ਨੂੰ ਪਤਾ ਲੱਗਦਾ, ਗੁਰੂ ਸਾਹਿਬ ਨੂੰ, ਕਿ ਹੁਣ ਖਤਰੇ ਦੀਆਂ ਘੰਟੀਆਂ ਖੜਕ ਗਈਆਂ, ਸੱਤਾ ਨਾਲ ਟੱਕਰ ਲੈਣੀ ਪਏਗੀ, ਅਤੇ 2 ਤਲਵਾਰਾਂ ਮੀਰੀ ਅਤੇ ਪੀਰੀ ਦੀ ਪਹਿਨਦੇ ਨੇ ਔਰ ਅਕਾਲ ਤਖਤ ਦੀ ਸਿਰਜਣਾ ਕਰਦੇ ਨੇ ਕਿ ਉਹ ਤਖਤ ਵਾਲਾ ਜਿਹੜਾ ਦੁਨਿਆਵੀ ਤਖਤ ਵਾਲਾ ਹੈ, ਸਾਨੂੰ ਉਸ ਦਾ ਕੋਈ ਡਰ ਨਹੀਂ, ਸਾਨੂੰ ਉਸ ਦਾ ਕੋਈ ਭੈ ਨਹੀਂ। ਸਾਡੇ ਸਿੱਖਾਂ ਨੂੰ ਹੁਕਮ ਜਾਰੀ ਹੋਣਗੇ ਇਸ ਅਕਾਲ ਤਖਤ ਤੋਂ ਹੋਣਗੇ। ਆਓ 10ਵੇਂ ਪਾਤਸ਼ਾਹ ਤੱਕ ਆਉਂਦੇ ਹਾਂ। 10ਵੇਂ ਪਾਤਸ਼ਾਹ ਨੇ ਜਦੋਂ ਪਿਤਾ ਜੀ ਦੀ ਸ਼ਹਾਦਤ ਹੋ ਗਈ ਦਿੱਲੀ ਦੇ ਚਾਂਦਨੀ ਚੌਕ ਵਿੱਚ, ਪਿਤਾ ਜੀ ਤਾਂ ਹਾਲਾਤ ਨੂੰ ਵੇਖਦੇ ਹੋਏ, ਦਾਦਾ ਜੀ ਸ਼ਹੀਦ ਹੋ ਚੁੱਕੇ ਹੈ, ਪਿਤਾ ਜੀ ਨੇ ਕੀ ਕੁਛ ਕਰਕੇ ਵਿਖਾਇਆ ਹੈ, ਉਸ ਪਿਰਤ ਨੂੰ ਅੱਗੇ ਤੋਰਨ ਵਾਸਤੇ ਅਨੰਦਪੁਰ ਦਾ ਕਿਲ੍ਹਾ ਉਸਾਰਿਆ। ਕਿਉਂ? ਇਸ ਕਰਕੇ ਕਿ ਆਉਣ ਵਾਲਾ ਸਮਾਂ, ਇਹੀ ਤਾਂ ਦਿਵ ਦ੍ਰਿਸ਼ਟੀ ਹੁੰਦੀ ਹੈ ਮਹਾਂਪੁਰਸ਼ਾਂ ਦੀ, ਆਉਣ ਵਾਲਾ ਸਮਾਂ ਖਤਰਨਾਕ ਸਮਾਂ ਆ ਰਿਹਾ ਹੈ। ਸੁਰੱਖਿਆ ਵਾਸਤੇ ਬਹੁਤ ਕੁਛ ਕਰਨਾ ਪੈਣਾ। ਘੋੜੇ ਤਾਂ 6ਵੇਂ ਪਾਤਸ਼ਾਹ ਵੇਲੇ ਸ਼ੁਰੂ ਹੋ ਗਏ ਸੀ ਆਉਣੇ ਸੰਗਤ ਵਿੱਚ, ਸਵਾਰੀ ਹੋਣ ਲੱਗ ਪਈ ਸੀ, ਸ਼ਿਕਾਰ ਖੇਡਿਆ ਜਾਣ ਲੱਗ ਪਿਆ ਸੀ। ਅਤੇ ਹੁਣ 10ਵੇਂ ਪਾਤਸ਼ਾਹ ਨੇ ਤਾਂ ਰਾਜ ਸੱਤਾ ਨਾਲ ਸਿੱਧੀ ਟੱਕਰ ਲੈਣ ਦੀ ਵਿਉਂਤ ਬਣਾਈ ਹੋਈ ਹੈ। ਕਲਗੀ ਲਾਉਂਦੇ ਨੇ, ਪ੍ਰਸ਼ਾਦੀ ਹਾਥੀ ਕਿਸੇ ਸੇਵਕ ਨੇ ਦਿੱਤਾ ਹੈ, ਚਾਨਣੀ ਦਿੱਤੀ ਹੈ, ਧੌਂਸਾ ਬਣਾਇਆ ਹੈ, ਰਣਜੀਤ ਨਗਾਰਾ। ਜਦੋਂ ਸ਼ਿਕਾਰ ਚੜ੍ਹਦੇ ਹੈ, ਰਣਜੀਤ ਨਗਾਰਾ ਵੱਜਦਾ ਤੁਰਿਆ ਜਾਂਦਾ ਹੈ, ਫਿਰ ਆਸੇ ਪਾਸੇ ਦੁਸ਼ਮਣ ਪੈਦਾ ਹੁੰਦੇ ਹੈ। ਮੈਂ ਇੱਥੇ ਇਤਿਹਾਸ ਨੂੰ ਸੰਖੇਪ ਕਰਾਂ। ਗੁਰੂ ਸਾਹਿਬ ਦੀ ਇੱਕ ਗੱਲ ਕਹਿ ਕੇ, ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੇ ਹੈ ਨਿਜ ਬਲ ਸੇ ਲੇ ਹੈ। ਆਪਣੇ ਹੱਕ ਪ੍ਰਾਪਤ ਕਰਨ ਵਾਸਤੇ ਲੜਨਾ ਪੈਂਦਾ ਹੈ। ਅੰਮ੍ਰਿਤਾ ਪ੍ਰੀਤਮ ਵੀ ਇੱਕ ਗੱਲ ਕਹਿੰਦੀ ਹੈ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ। ਕੋਈ ਹੱਕ ਦਿੰਦਾ ਨਹੀਂ, ਹੱਕ ਲੈਣੇ ਪੈਂਦੇ ਹੈ। ਇਹ ਬਿਰਤਾਂਤ ਗੁਰੂ ਸਾਹਿਬ ਨੇ ਸਮਝ ਲਿਆ 10ਵੇਂ ਪਾਤਸ਼ਾਹ ਨੇ, ਅਤੇ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਉਸ ਮਿਸ਼ਨ ਨੂੰ, ਜ਼ਾਤਾਂ ਪਾਤਾਂ ਤੋੜਨ ਵਾਲੇ ਮਿਸ਼ਨ ਨੂੰ ਅੱਗੇ ਲਿਆਂਦਾ, ਅਤੇ ਕਿੱਥੋਂ ਤੱਕ ਗੱਲ ਲੈ ਕੇ ਗਏ। ਅੰਮ੍ਰਿਤਪਾਨ ਕਰਾਉਣ ਦਾ ਮਤਲਬ ਕੋਈ ਇਹ ਨਹੀਂ ਜਿਹੜਾ ਸਾਡੇ ਆਮ ਕਹਿ ਦਿੱਤਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ 5 ਜਣਿਆਂ ਦੇ ਸਿਰ ਝਟਕ ਦਿੱਤੇ ਅਤੇ ਝਟਕ ਕੇ ਫਿਰ ਮੁੜ ਕੇ ਜੋੜ ਦਿੱਤੇ। ਇਹ ਗੱਲਾਂ ਮੈਂ ਇਹਦੇ 'ਤੇ ਕੋਈ ਗੱਲ ਨਹੀਂ ਕਿੰਤੂ ਪਰੰਤੂ ਨਹੀਂ ਕਰੂੰਗਾ। ਪਰ ਮੈਂ ਇਹ ਗੱਲ ਜ਼ਰੂਰ ਕਹੂੰਗਾ ਕਿ ਗੁਰੂ ਸਾਹਿਬ ਨੇ ਅੰਮ੍ਰਿਤਪਾਨ ਕਰਾਉਣ ਦਾ ਮਤਲਬ ਇਹ ਲਿਆ ਕਿ ਛੋਟੀਆਂ ਗਰੀਬ ਜਾਤਾਂ, ਗਰੀਬ ਬਰਾਦਰੀਆਂ, ਜਿਨ੍ਹਾਂ ਨੂੰ ਦੁਰਕਾਰਿਆ ਗਿਆ, ਜਿਨ੍ਹਾਂ ਨੂੰ ਪਿੱਛੇ ਸੁੱਟਿਆ ਗਿਆ, ਜਿਹੜੀਆਂ ਹਾਸ਼ੀਏ ਤੋਂ ਬਾਹਰ ਧੱਕੀਆਂ ਗਈਆਂ ਨੇ, ਉਹਨਾਂ ਨੂੰ ਅੱਗੇ ਲਿਆਂਦਾ ਜਾਵੇ। ਅਤੇ ਇਹ ਇਤਿਹਾਸ ਬੋਲਦਾ ਹੈ ਕਿ 5 ਪਿਆਰੇ ਜਿਹੜੇ ਸਾਜੇ ਗਏ, ਉਹ ਪੰਜੇ ਦੇ ਪੰਜੇ ਹੇਠਲੀਆਂ ਸ਼੍ਰੇਣੀਆਂ 'ਚੋਂ ਸੀ, ਉੱਪਰਲੀਆਂ ਸ਼੍ਰੇਣੀਆਂ ਵਿੱਚੋਂ ਕੋਈ ਨਹੀਂ ਸੀ। ਚਲੋ ਇਸ ਗੱਲ ਨੂੰ ਛੱਡ ਕੇ ਹੁਣ ਜਿਹੜਾ ਗਿਆਨ ਦੀ ਗੱਲ 'ਤੇ ਮੈਂ ਆਇਆ ਸੀ ਕਿ ਗਿਆਨ ਅੱਜ ਹੋਰ ਵਿਕਾਸ ਕਰਦਾ ਤੁਰਿਆ ਜਾ ਰਿਹਾ। ਇਹ ਹੈ ਸਾਡਾ ਸਮੁੱਚੇ ਤੌਰ 'ਤੇ ਸੱਭਿਆਚਾਰ। ਜਿੰਨੀ ਕੁ ਮੈਨੂੰ ਵੈਸੇ ਤਾਂ ਵਿਸਥਾਰ ਹੋਰ ਬਹੁਤ ਦਿੱਤਾ ਜਾ ਸਕਦਾ ਸੀ,
ਪਰ ਮੇਰੀ ਇੱਕ ਸਮਰੱਥਾ ਹੈ। ਮੈਂ ਜਿਵੇਂ ਅੱਜ ਕੱਲ੍ਹ ਤਾਂ ਬਹੁਤ ਠੀਕ ਰਹਿ ਰਿਹਾ, ਪਿਛਲੇ 2-3 ਸਾਲ ਮੇਰੇ ਨੂੰ ਬਹੁਤ ਭਿਆਨਕ ਕਿਸਮ ਦੇ ਸੰਕਟ ਆਏ ਨੇ। ਹੁਣ ਮੈਂ ਇੰਨੀ ਕੁ ਬੇਨਤੀ ਕਰਕੇ ਕਿ ਇਹ ਸੱਭਿਆਚਾਰ ਇਸ ਤਰ੍ਹਾਂ ਲਿਆ ਜਾਣਾ ਚਾਹੀਦਾ ਹੈ। ਜਿਹੜੇ ਲੋਕ ਗੀਤ ਸੰਗੀਤ ਨੂੰ, ਫੁਲਕਾਰੀਆਂ ਨੂੰ, ਕਾਂਠਿਆਂ ਨੂੰ, ਮੁੰਦਰੀਆਂ ਨੂੰ, ਇਹ ਨੂੰ ਉਹ ਨੂੰ ਇੱਥੋਂ ਤੱਕ ਸੀਮਿਤ ਕਰਕੇ ਕਹਿੰਦੇ ਨੇ, ਜਾਂ ਇਕੱਲੇ ਗੀਤਾਂ 'ਤੇ ਨੱਚਣ ਕੁੱਦਣ ਨੂੰ ਹੀ ਸੱਭਿਆਚਾਰ ਮੰਨੀ ਬੈਠੇ ਨੇ, ਉਹਨਾਂ ਨੂੰ ਅੱਖਾਂ ਖੋਲ੍ਹ ਲੈਣੀਆਂ ਚਾਹੀਦੀਆਂ ਕਿ ਸੱਭਿਆਚਾਰ ਐਵੇਂ ਮਾਮੂਲੀ ਜਿਹੀ ਗੱਲ ਨਹੀਂ ਹੈ। ਸੱਭਿਆਚਾਰ ਦਾ ਬਹੁਤ ਲੰਮਾ ਇਤਿਹਾਸ ਹੈ, ਲੱਖਾਂ ਅਤੇ ਕਰੋੜਾਂ ਸਾਲਾਂ ਦਾ ਇਤਿਹਾਸ ਹੈ ਸੱਭਿਆਚਾਰ ਦਾ। ਤਾਂ ਅੱਜ ਇਹ ਸੱਭਿਆਚਾਰ ਦੀ ਜਿਹੜੀ ਅਸੀਂ ਰੂਪ ਰੇਖਾ ਵੇਖ ਰਹੇ ਹਾਂ, ਇਹ ਇੰਨੀ ਬੇਨਤੀ ਕਰਦਾ ਹੋਇਆ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ।